साहिब उदद बंदों कार्य अनुराग। एक अंकारा सतगुरु तेह प्रसाद सच होए। वाहिगुरु जी की फतेह विघन विनाशन सोए। वाहिगुरु जी की फतेह विघन विनाशन सोए। श्री वाहिगुरु साहिब जीओ सदा जो संग पाए संत सदापुर तृप्त पाए। मानव सीत बदन करने एक तार जो मन जाने सदा जो संग पाए। वाहिगुरु जी का खालसा वाहिगुरु जी की फतेह। जाहर जहूर हाजिर हजूर सर्व कला भरपूर। दसां पातशाहियां दी जोत धन श्री गुरु ग्रंथ साहिब जी महाराज। सतगुरां दी अपर अपार किरपा रहमत दा सदका जगत गुरु जाहर पीर जगत गुर बाबा धन धन श्री गुरु नानक देव साहिब जी महाराज सतगुरां दे पावने अस्थान सचखंड दरबार गुरुद्वारा श्री बेर साहिब जी विखे सजे हुए सुंदर दीवान की हाजरी भर रही गुरु की साजी नवाजी हुई साध संगत जीओ। महाराज साहब जी ने कृपा की है, अपने अमृतमयी दर्शन बख्शिश कीते। सत संगत का अमोलक सुभागा समा प्राप्त होया है। लड़ीवार रूप विच जगत गुरु श्री गुरु नानक देव साहब महाराज जी का पावन इतिहास श्रवण कर रहे हाँ। पिछले प्रसंग दे विच गुरु की संगतां ने श्रवण किया है। महाराज साहब जी के सत्कारयोग पिता मेहता कल्याण चंद जी ने आप जी नूं लाभदायक सौदा खरीदण वास्ते 20 रुपये दिते हैं। भाई बाला जी नूं नाल तोरिया, 20 रुपये भाई बाला जी के हथ विच दिते। आख्या भी ਇਹਦਾ कोई व्यापार करो, कोई सौदा खरीदो तो बेचो जिहदे मुनाफा होवे लाभ हो। आप जी नगर तो चले, अगे जंगल आया। जंगल विच साधु बैठे तपस्या कर रहे। साधुआं नूं वेखिया, उन्हां नाल मिलना कीता। जो साधुआं दा महंत है, जदों गलबात होई नाम पुछया, उन्हें दसिया भी साडा नाम संत रेण है। संत रेण तो गलबात करदे होए फिर आख्या भी आ 20 रुपये तुसीं लै लो तो अपनी मंडली नूं प्रशादा पानी छका दिओ। उन्हें कहा भी ये तुसीं आप ही जे तुहाडी पक्की इच्छा है ऐसी कि ये संतां नूं भोजन ही छकाउणा है तो फिर तुसीं ये रस्तां बस्तां आप ही लिया के दिओ। भाई बाला जी नूं नाल लिया ते महाराज चूड़काणी नगर पहुँच गए। उस नगर पहुँच करके गरीब नवाज साहब जी ने फिर 20 रुपये का वो सौदा लैके आंदा। पंजां दा आटा खरीदिया ते पंजां दे चौल खरीदे और इस तरह 3 रुपये का घ्यो खरीदिया, 3 रुपये की खंड खरीदी ते 3 रुपये का दुध खरीदिया ते बाकी 1 रुपया बचिया। वो जिसने सारा सौदा लिया इत्थे
ਭਾਰ ਲਿਆਉਣ ਵਾਲੇ ਨੂੰ ਉਹ 1 ਰੁਪਈਆ ਫਿਰ ਉਸ ਨੂੰ ਦਿੱਤਾ। ਇਸ ਤਰ੍ਹਾਂ 20 ਰੁਪਈਏ ਮਹਾਰਾਜ ਸਾਹਿਬ ਜੀ ਨੇ ਖਰਚੇ। ਉਹ ਜਿੰਨਾ ਸੌਦਾ ਸੀ ਉਹ ਸਾਧੂਆਂ ਦੀ ਮੰਡਲੀ ਵਾਸਤੇ ਲਿਆ ਕੇ ਜੰਗਲ ਦੇ ਵਿੱਚ ਸੰਤ ਰੇਣ ਜੀ ਦੇ ਸਾਹਮਣੇ ਰੱਖ ਦਿੱਤਾ ਸਾਰੀ ਸਮੱਗਰੀ। ਫਿਰ ਬੇਨਤੀ ਕੀਤੀ, ਜੀ ਆਪ ਜੀ ਆਗਿਆ ਦਿਓ ਤੇ ਆਪ ਜੀ ਨੂੰ ਇਹ ਲੰਗਰ ਪਾਣੀ ਵੀ ਤਿਆਰ ਕਰ ਦੇਈਏ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਆਖਿਆ, ਸੰਤ ਜੀ ਤੁਸੀਂ ਆਗਿਆ ਦਿਓ ਤੇ ਲੰਗਰ ਵੀ ਤਿਆਰ ਕਰ ਦੇਈਏ। ਪਰ ਉਸ ਮਹੰਤ ਸੰਤ ਰੇਣ ਜੀ ਨੇ ਆਖਿਆ ਵੀ ਨਹੀਂ, ਹੁਣ ਤੁਸੀਂ ਆਪਣੇ ਘਰ ਨੂੰ ਚਲੇ ਜਾਓ, ਆਪਣੇ ਨਗਰ ਨੂੰ ਚਲੇ ਜਾਓ, ਇਹ ਸਾਧੂ ਆਪੇ ਤਿਆਰ ਕਰਕੇ ਛਕ ਲੈਣਗੇ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ, ਸੁਣ ਮਹੰਤ ਮਤਵੰਤ ਕਹੀ ਗਿਰਾ ਜਗ ਕੰਤ ਸੋ ਕਰ ਅਚ ਮਹਿੰਗੇ ਸੰਤ ਤੁਮ ਗਮਨਹੁ ਪੁਰ ਆਪਣੇ। ਤੁਸੀਂ ਆਪਣੇ ਨਗਰ ਨੂੰ ਚਲੇ ਜਾਓ, ਹੁਣ ਇਹ ਸੰਤਾਂ ਦੀ ਮੰਡਲੀ ਆਪੇ ਲੰਗਰ ਪਾਣੀ ਤਿਆਰ ਕਰਕੇ ਛਕ ਲਵੇਗੀ। ਤੇ ਜਿਸ ਵੇਲੇ ਮਹਾਰਾਜ ਸਾਹਿਬ ਜੀ ਨਗਰ ਨੂੰ ਆ ਗਏ, ਬਾਕੀ ਫਿਰ ਸਾਧੂਆਂ ਨੇ ਆਪਣੇ ਮਹੰਤ ਨੂੰ ਪੁੱਛਿਆ ਵੀ ਤੁਸੀਂ ਉਹਨਾਂ ਨੂੰ ਕਿਉਂ ਕਹਿ ਦਿੱਤਾ ਵੀ ਚਲੇ ਜਾਓ? ਉਹਨੇ ਆਖਿਆ ਵੀ ਉਹ ਤਾਂ ਕੋਈ ਮਹਾਨ ਮਹਾਂਪੁਰਖ ਸੀ, ਕੋਈ ਪੂਰਨ ਪੁਰਖ ਸਨ। ਇਹ ਕੋ ਪਰਮ ਪੁਰਖ ਸੁਖਦਾਨੀ ਕਲਾਵਾਨ ਗਿਆਨੀ ਗੁਣ ਖਾਨੀ ਦਿਉਰਿਓ ਰਹੇ ਗਤ ਪਰਹਿ ਨਾ ਜਾਨੀ। ਉਹ ਤਾਂ ਉਹਨਾਂ ਨੇ ਆਪਣੇ ਆਪ ਨੂੰ ਛੁਪਾਇਆ ਹੋਇਆ, ਜਾਣਿਆ ਨਹੀਂ ਜਾਂਦਾ ਵੀ ਇਹ ਕੌਣ ਹੈ, ਪਰ ਉਹ ਕਲਾਵਾਨ ਸੀ। ਉਹਨਾਂ ਦਾ ਜਿਹੜਾ ਤੇਜ ਪ੍ਰਭਾਵ ਸੀ, ਤਪ ਸੀ, ਉਹ ਮੇਰੇ ਤੋਂ ਸਹਾਰਿਆ ਨਹੀਂ ਸੀ ਜਾਂਦਾ, ਝੱਲਿਆ ਨਹੀਂ ਸੀ ਜਾਂਦਾ। ਇਸ ਕਰਕੇ ਮੈਂ ਬੇਨਤੀ ਕਰ ਦਿੱਤੀ ਕਿ ਤੁਸੀਂ ਸਾਨੂੰ ਰਸਤ ਲਿਆ ਕੇ ਦੇ ਦਿੱਤੀ ਆ ਤੇ ਆਪ ਜੀ ਹੁਣ ਨਗਰ ਨੂੰ ਚਲੇ ਜਾਓ ਤੇ ਸਾਧੂ ਆਪੇ ਲੰਗਰ ਤਿਆਰ ਕਰਕੇ ਛਕ ਲੈਣ। ਇੱਥੋਂ ਤੀਕ ਆਪਾਂ ਗਾਥਾ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕੀਤੀ ਹੈ। ਇਸ ਤੋਂ ਅੱਗੇ ਕੀ ਹੋਇਆ? ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਧਿਆਨ ਧਰਦਿਆਂ ਹੋਇਆਂ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਧੂਆਂ ਨੇ ਫਿਰ ਲੰਗਰ ਤਿਆਰ ਕੀਤਾ ਤੇ ਲੰਗਰ ਤਿਆਰ ਕੀਤਾ, ਉਹਨਾਂ ਨੇ ਖੀਰ ਵੀ ਬਣਾਈ, ਕਿਉਂਕਿ ਮਹਾਰਾਜ ਨੇ ਦੁੱਧ ਵੀ ਲਿਆ ਕੇ ਦਿੱਤਾ ਸੀ ਚੋਖਾ। ਉਦੋਂ 3 ਰੁਪਈਆਂ ਦਾ ਹੀ ਦੁੱਧ ਖੁੱਲ੍ਹਾ ਆ ਗਿਆ ਸੀ ਤੇ ਨਾਲੇ ਚੌਲ ਲਿਆ ਕੇ ਦਿੱਤੇ ਸੀ ਬਾਸਪਤੀ ਦੇ, ਨਾਲੇ ਘਿਓ ਲਿਆ ਕੇ ਦਿੱਤਾ, ਆਟਾ ਲਿਆ ਕੇ ਦਿੱਤਾ, ਸਾਰੀਆਂ ਵਸਤੂਆਂ ਲਿਆ ਕੇ ਦਿੱਤੀਆਂ ਤੇ ਉਹਨਾਂ ਨੇ ਖੀਰ ਬਣਾਈ ਹੈ। ਤੇ ਖੀਰ ਦੇ ਵਿੱਚ ਉਹਨਾਂ ਨੇ ਪਾਇਆ ਘਿਓ ਤੇ ਨਾਲੇ ਖੰਡ। ਖੰਡ ਤੇ ਪੈਂਦੀ ਪੈਂਦੀ ਖੀਰ ਬਣਦੀ ਤਾਂ ਖੰਡ ਤੋਂ ਬਿਨਾਂ, ਤੇ ਦੁੱਧ ਤੋਂ ਬਿਨਾਂ ਖੀਰ ਕਾਹਦੀ? ਬਿਨਾਂ ਦੁੱਧ ਨਾ ਰਿੱਝਦੀ ਖੀਰ ਮੀਆਂ, ਦੁੱਧ ਤੋਂ ਬਿਨਾਂ ਖੀਰ ਕਾਹਦੀ? ਦੁੱਧ ਤਾਂ ਪੈਣਾ ਹੀ ਪੈਣਾ, ਖੰਡ ਵੀ ਪੈਣੀ, ਪਰ ਘਿਓ ਇਹ ਕਿਸੇ ਦੀ ਮਰਜ਼ੀ ਹੁੰਦੀ ਹੈ ਵੀ ਘਿਓ ਵਿੱਚ ਪਾਉਣਾ ਹੈ ਕਿ ਨਹੀਂ ਪਾਉਣਾ। ਘਿਓ ਤੋਂ ਬਿਨਾਂ ਵੀ ਖੀਰ ਬਣਦੀ ਹੈ। ਇਕੱਲੇ ਦੁੱਧ ਦੀ, ਦੁੱਧ 'ਚ ਖੰਡ ਪਾ ਲਈਏ, ਚੌਲ ਪਾ ਲਈਏ ਤੇ ਖੀਰ ਬਣ ਜਾਂਦੀ। ਬਾਕੀ ਹੋਰ ਵਾਧੂ ਆਪੋ ਆਪਣੀ ਗੁੰਜਾਇਸ਼ ਹੈ, ਜਿੰਨੇ ਜੋ ਕੁਝ ਵਿੱਚ ਪਾਉਣਾ। ਤੇ ਉਹ ਘਿਓ ਲਿਆ ਕੇ ਦਿੱਤਾ ਸੀ ਮਹਾਰਾਜ ਸਾਹਿਬ ਜੀ ਨੇ ਨਾਲ। ਇਸ ਕਰਕੇ ਉਹਨਾਂ ਨੇ ਸਿਤਾ ਘ੍ਰਿਤ ਮੇਲਿਓ ਸੰਗ ਪਾਇਸ। ਪਾਇਸ ਕਹਿੰਦੇ ਖੀਰ ਨੂੰ। ਖੀਰ ਦੇ ਵਿੱਚ ਜਿੱਥੇ ਖੰਡ ਪਾਈ ਆ ਉੱਥੇ ਘਿਓ ਵੀ ਉਹਨਾਂ ਨੇ ਪਾਇਆ ਸਾਧੂਆਂ ਨੇ। ਐਸੀ ਘਿਓ ਵਾਲੀ ਖੀਰ ਜਦੋਂ ਸਾਰੇ ਸੰਤਾਂ ਨੇ ਛਕੀ ਨਾ ਤੇ ਉਹ ਛਕ ਕੇ ਤ੍ਰਿਪਤ ਹੋ ਗਏ, ਚੰਗੀ ਤਰ੍ਹਾਂ ਰੱਜ ਗਏ, ਰੱਜ ਕੇ ਛਕੀ ਹੈ। ਹੁਣ ਪ੍ਰਸੰਨ ਹੋ ਗਏ, ਮਨ ਪ੍ਰਸੰਨ ਹੋ ਗਿਆ। ਉਂਝ ਤਾਂ ਸਾਰੇ ਸਬਰ ਵਾਲੇ ਸੀ, ਸੰਤੋਖ ਵਾਲੇ ਸੀ। ਉਹਨਾਂ ਨੇ ਪਹਿਲਾਂ ਮਹਾਰਾਜ ਨੂੰ ਮਹੰਤ ਨੇ ਦੱਸਿਆ ਵੀ ਸੀ ਵੀ ਅਸੀਂ ਮੰਗਣ ਨਹੀਂ ਜਾਂਦੇ, ਸਾਡੀ ਪਰਾਲਬਧ ਸਾਨੂੰ ਜਦੋਂ ਆਪਣੇ ਆਪ ਹੀ ਮਿਲ ਜਾਂਦਾ ਤੇ ਫਿਰ ਛਕ ਲਈਦਾ, ਨਹੀਂ ਤੇ ਇਸੇ ਤਰ੍ਹਾਂ ਹੀ ਜੰਗਲ ਦੇ ਵਿੱਚ ਗੁਜ਼ਾਰਾ ਕਰੀਦਾ। ਨਿਯਮ ਸੀ ਉਹਨਾਂ ਦਾ ਕਿ ਉੱਥੋਂ ਹੀ ਫਲ ਫੁੱਲ ਛਕ ਕੇ, ਜਲ ਛਕ ਕੇ, ਪੱਤੇ ਛਕ ਕੇ ਹੀ ਗੁਜ਼ਾਰਾ ਕਰ ਲੈਂਦੇ ਸਨ।
ਕਿ ਅਸੀਂ ਮੰਗਣ ਨਹੀਂ ਜਾਂਦੇ, ਸਾਡਾ ਇਹ ਨਿਯਮ ਆ ਸਾਡੀ ਮੰਡਲੀ ਦਾ, ਸਾਡੇ ਜਥੇ ਦਾ। ਤੇ ਹੁਣ ਜਦੋਂ ਉਹਨਾਂ ਨੇ ਛਕੀ ਹੈ ਖੀਰ, ਭੋਜਨ ਛਕਿਆ ਹੈ, ਤੇ ਸਾਧੂਆਂ ਦੇ ਮਨ ਪ੍ਰਸੰਨ ਹੋਏ, ਫਿਰ ਆਪਸ ਵਿੱਚ ਗੱਲਾਂ ਕਰਨ ਲੱਗੇ। ਪ੍ਰਸੰਨ ਹੋ ਕਰਕੇ ਫਿਰ ਬਚਨ ਕੀਤਾ ਹੈ। ਸੰਤਰੇਣ ਜੀ ਕਹਿਣ ਲੱਗੇ, ਜਿਹੜੇ ਸਾਰੇ ਮੰਡਲੀ ਦੇ ਮਹੰਤ ਸਨ, ਮੁੱਖ ਸਾਧੂ ਸੀ ਉਸ ਸਾਧੂਆਂ ਦੀ ਮੰਡਲੀ ਦੇ, ਉਹਨਾਂ ਨੇ ਬਚਨ ਕੀਤਾ ਵੀ ਇਹ ਕਰਤਾਰ ਨਹੀਂ ਭੇਜਿਆ ਸਾਡੇ ਵਾਸਤੇ ਭੋਜਨ। ਉਹ ਕਹਿਣ ਲੱਗੇ ਵੀ ਅਸੀਂ ਜਾਣਿਆ ਵਾ ਵੀ ਇਹ ਕਰਤਾਰ ਨਹੀਂ ਸਾਡੇ ਵਾਸਤੇ ਭੇਜਿਆ ਹੈ। ਤੇ ਜਾਂ ਕਹਿੰਦੇ ਵੀ ਇਸ ਤਰ੍ਹਾਂ ਤੇ ਨਹੀਂ ਵੀ ਆਪ ਹੀ ਕਰਤਾਰ ਸਰੀਰ ਧਾਰ ਕੇ ਸਾਨੂੰ ਭੋਜਨ ਦੇਣ ਵਾਸਤੇ ਆ ਗਿਆ, ਵੀ ਜਾਂ ਤੇ ਕਰਤਾਰ ਨੇ ਭੇਜਿਆ ਸਾਡੇ ਵਾਸਤੇ ਇਹ ਭੋਜਨ, ਇਹ ਲੰਗਰ, ਤੇ ਜਾਂ ਫਿਰ ਕਰਤਾਰ ਆਪ ਹੀ ਸਰੀਰ ਧਾਰ ਕੇ ਆਇਆ ਸਾਨੂੰ ਭੋਜਨ ਦੇਣ ਵਾਸਤੇ। ਆਪ ਕਰਤਾਰ ਨੇ ਸਰੀਰ ਧਾਰਿਆ ਹੈ, ਸਾਨੂੰ ਆ ਕਰਕੇ ਭੋਜਨ ਦਿੱਤਾ ਹੈ। ਆ ਕੇ ਸਾਡੀ ਖਬਰ ਲਈ ਹੈ ਤੇ ਸਾਨੂੰ ਭੋਜਨ ਦਿੱਤਾ ਹੈ। 7 ਦਿਨਾਂ ਦੀ ਕਹਿੰਦੇ ਵੀ ਭੁੱਖ ਲੱਗੀ ਹੋਈ ਸੀ ਆਪਾਂ ਨੂੰ, ਵੀ 7 ਦਿਨ ਹੋ ਗਏ ਸੀ ਸਾਰੀ ਮੰਡਲੀ ਨੇ ਭੋਜਨ ਨਹੀਂ ਸੀ ਛਕਿਆ। ਕਹਿੰਦੇ ਵੀ 7 ਦਿਨਾਂ ਦੇ ਭੁੱਖ ਦੇ ਸਤਾਏ ਹੋਏ ਸਾਂ, ਤੇ ਹੁਣ ਭੋਜਨ ਕਰਕੇ ਛਕ ਕੇ ਤੇ ਆਪਾਂ ਸਾਰੇ ਤ੍ਰਿਪਤ ਹੋ ਗਏ ਹਾਂ। ਉਧਰ ਤੇ ਸਾਧੂ ਇਸ ਤਰ੍ਹਾਂ ਗੱਲਾਂ ਬਾਤਾਂ ਕਰਦੇ ਆ। 7 ਦਿਨਾਂ ਬਾਅਦ ਉਹਨਾਂ ਨੂੰ ਲੰਗਰ ਮਿਲਿਆ, ਜੋ ਬਾਬਾ ਜੀ ਨੇ 20 ਰੁਪਏ ਖਰਚੇ ਤੇ ਉਹਨਾਂ ਭੋਜਨ ਛਕਿਆ। ਮਹਾਰਾਜ ਤੇ ਕਰ ਆਏ ਖਰਾ ਸੌਦਾ, ਸੱਚਾ ਸੌਦਾ, ਵਪਾਰ ਕਰ ਆਏ ਜਿਹੜਾ ਸ੍ਰੇਸ਼ਟ ਸਭ ਤੋਂ ਚੰਗਾ ਵਪਾਰ। ਹੁਣ ਇੱਧਰ ਨੂੰ ਜਦੋਂ ਆਏ ਆ ਨਗਰ ਵੱਲ ਨੂੰ ਚੱਲ ਕੇ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੱਧਾ ਕੁ ਰਸਤਾ ਆਏ ਆ ਸਾਧੂਆਂ ਦੀ ਮੰਡਲੀ ਤੋਂ ਘਰ ਤੀਕ ਆਉਂਦਿਆਂ। ਜਦੋਂ ਅੱਧਾ ਕੁ ਰਸਤਾ ਗੁਣਾਂ ਦੇ ਘਰ ਪਹੁੰਚੇ ਹਨ, ਚੱਲਦੇ ਹੋਏ, ਸਫ਼ਰ ਤੈਅ ਕਰਦੇ ਹੋਏ, ਸੋਚਾਂ ਨੂੰ ਕੱਟਣ ਵਾਲੇ ਹੁਣ ਆਪ ਸੋਚਣ ਲੱਗੇ। ਇਹ ਮੌਜ ਆ ਮਹਾਰਾਜ ਦੀ, ਜਿਹੜੇ ਸਾਰੇ ਸੰਸਾਰ ਦੀਆਂ ਸੋਚਾਂ ਕੱਟਦੇ ਆ ਉਹ ਆਪ ਸੋਚਣ ਲੱਗੇ। ਤੇ ਚਿੱਤ ਜਿਹੜਾ ਵਾ ਉਹ ਹਟਕਦਾ ਵਾ, ਦਿਲ ਰੁਕਦਾ ਹੈ, ਤੇ ਚਰਨ ਅੱਗੇ ਨਹੀਂ ਚੱਲਦੇ ਆ, ਪੈਰ ਅੱਗੇ ਨਹੀਂ ਚੱਲਦੇ ਹਨ। ਚਿੰਤਾ ਦੇ ਸਹਿਤ ਹੋ ਗਏ ਗੁਣਾਂ ਦੇ ਖਜ਼ਾਨੇ, ਚਿੰਤਾ ਤੋਂ ਆਤੁਰ ਦੁਖੀ ਹੋ ਗਏ ਗੁਣਾਂ ਦੇ ਖਜ਼ਾਨੇ। ਭਾਈ ਬਾਲਾ ਜੀ ਕਹਿੰਦੇ ਇਸ ਤਰ੍ਹਾਂ ਦਾ ਆਪਣਾ ਚਿੱਤ ਕਰਕੇ, ਇਸ ਤਰ੍ਹਾਂ ਦਾ ਚਿਹਰਾ ਮੋਹਰਾ ਕਰਕੇ ਨਾ, ਜਿਵੇਂ ਬਹੁਤ ਚਿੰਤਾ ਦੇ ਵਿੱਚ ਹੋਣ ਤੇ ਮੇਰੇ ਨਾਲ ਬੋਲੇ। ਫਿਰ ਕਹਿਣ ਲੱਗੇ ਭਾਈ ਬਾਲਾ ਜੀ, ਆਹ ਅਸੀਂ ਕੀ ਕੰਮ ਕਰ ਦਿੱਤਾ, ਆਹ ਅਸੀਂ ਕੀ ਕਰ ਆਏ ਹਾਂ। ਭਾਈ ਬਾਲਾ ਜੀ ਹੁਣ ਘਰੇ ਜਾ ਕੇ ਆਪਾਂ ਕੀ ਉੱਤਰ ਦੇਵਾਂਗੇ ਪਿਤਾ ਜੀ ਨੂੰ, ਕੀ ਆਖਾਂਗੇ? ਤੇ ਸਾਡੇ ਪਿਤਾ ਜੀ ਦੇ ਵਿੱਚ ਤਾਂ ਬਹੁਤ ਜ਼ਿਆਦਾ ਕ੍ਰੋਧ ਪੈਦਾ ਹੋਵੇਗਾ, ਬਹੁਤ ਜ਼ਿਆਦਾ ਗੁੱਸਾ ਆਵੇਗਾ। ਮੇਰੇ ਤਾਈਂ ਤੇ ਤੇਰੇ ਤਾਈਂ, ਮੈਨੂੰ ਤੇ ਤੈਨੂੰ ਗਾਲਾਂ ਕੱਢ ਕੇ ਲੜਨਗੇ ਹੁਣ ਪਿਤਾ ਜੀ। ਮੈਨੂੰ ਵੀ ਗਾਲਾਂ ਕੱਢਣਗੇ ਤੇ ਭਾਈ ਬਾਲਿਆ ਤੈਨੂੰ ਵੀ ਗਾਲਾਂ ਕੱਢਣਗੇ, ਤੇ ਨਾਲੇ ਆਪਣੇ ਨਾਲ ਝਗੜਨਗੇ। ਭਾਈ ਬਾਲਾ ਜੀ ਕਹਿੰਦੇ ਮੈਂ ਬੇਨਤੀ ਕੀਤੀ ਮਹਾਰਾਜ ਮੇਰਾ ਤੇ ਇਹਦੇ ਵਿੱਚ ਕੋਈ ਦੋਸ਼ ਨਹੀਂ ਹੈ, ਮੈਂ ਤਾਂ ਆਪ ਜੀ ਨੂੰ ਬਹੁਤ ਰੋਕ ਰਿਹਾ ਸੀ, ਬਹੁਤ ਵਰਜ ਰਿਹਾ ਸੀ, ਪਰ ਆਪ ਤੁਸੀਂ ਜਾਣ ਬੁੱਝ ਕੇ ਇਹ ਕੁਕਾਜ ਕੀਤਾ ਹੈ। ਤੁਸੀਂ ਆਪਣੇ ਚਿੱਤ ਵਿੱਚ ਅੱਜ ਕਿਉਂ ਚਿੰਤਾ ਧਾਰੀ ਹੈ? ਤੁਸੀਂ ਤਾਂ ਚਿੰਤਾ ਕਰਦੇ ਨਹੀਂ ਹੁੰਦੇ, ਅੱਜ ਕਿਵੇਂ ਤੁਸੀਂ ਚਿੰਤਾ ਧਾਰਨ ਕਰ ਲਈ ਹੈ? ਤੇ ਹੁਣ ਜਿਵੇਂ ਹੋਵੇਗੀ ਉਹ ਸਹਾਰਿਓ ਰੀਤੀ। ਹੁਣ ਸੁਧੀ ਹੋਵੇ ਭਾਵੇਂ ਪੁੱਠੀ ਹੋਵੇ, ਹੁਣ ਜੋ ਵਰਤੇਗਾ ਹੁਣ ਸਹਾਰਿਓ ਚੱਲਣਾ ਪੈਣਾ ਤੁਹਾਨੂੰ, ਭਾਵੇਂ ਸਿੱਧੀ ਪਵੇ ਭਾਵੇਂ ਪੁੱਠੀ ਪਵੇ। ਤੁਸੀਂ ਕਾਰਜ ਕੀਤਾ ਸਾਰਾ, ਤੇ ਹੁਣ ਅੱਜ ਕਿਉਂ ਚਿੰਤਾ ਕਰਦੇ ਹੋ?
ਭਾਈ ਬਾਲਾ ਜੀ ਕਹਿੰਦੇ ਮਹਾਰਾਜ ਮੈਨੂੰ ਤਾਂ ਇੱਕ ਵੀ ਚਿੰਤਾ ਨਹੀਂ ਵਿਆਪਦੀ ਹੈ। ਧਨ ਤੁਮਰਾ ਖਰਚੋ ਤੁਮ ਆਪੇ ਧਨ ਤੁਹਾਡਾ ਇਹ ਤੁਸੀਂ ਆਪ ਖਰਚਿਆ ਹੈ। ਬਹੁ ਰਮ ਰਮ ਤੇ ਕਛ ਸਿਆਣਾ ਤੇ ਬਾਕੀ ਮੈਂ ਤੁਹਾਡੇ ਤੋਂ ਕੋਈ ਸਿਆਣਾ ਵੀ ਨਹੀਂ ਹਾਂ। ਮੈਂ ਆਪ ਜੀ ਦੇ ਨਾਲ ਜ਼ਰੂਰ ਆਇਆ ਪਰ ਮੈਂ ਕੋਈ ਜ਼ਿਆਦਾ ਸਿਆਣਾ ਥੋੜਾ ਆਪ ਜੀ ਦੇ ਨਾਲੋਂ। ਸਭ ਜਨ ਚੰਗੇ ਪੈ ਸਕਮਾਨਾ ਸਾਰੇ ਜਾਣਨਗੇ ਕਿ ਇੱਕੋ ਜੀ ਉਮਰ ਹੈ ਦੋਵਾਂ ਦੀ, ਕਿਉਂਕਿ 3 ਸਾਲਾਂ ਦਾ ਕੀ ਫਰਕ ਹੁੰਦਾ ਹੈ। ਭਾਵੇਂ ਮੈਂ 3 ਸਾਲ ਤੁਹਾਡੇ ਤੋਂ ਵੱਡਾ ਵਾਂ ਪਰ ਹਾਣੀ ਆ। ਇਸ ਕਰਕੇ ਸਾਰਿਆਂ ਨੇ ਇਹੀ ਗੱਲ ਕਹਿਣੀ ਆ, ਪਿਤਾ ਜੀ ਵੀ ਇਹ ਗੱਲ ਕਹਿਣਗੇ, ਬਾਕੀ ਸਾਰੇ ਵੀ ਇੱਕੋ ਜਿਹੇ ਸੀ, ਹਾਣੀ ਸੀ, ਕੋਈ ਵੱਡਾ ਛੋਟਾ ਬਹੁਤਾ ਫਰਕ ਨਹੀਂ ਹੈ। ਬਾਕੀ ਮਹਾਰਾਜ ਮੈਂ ਤਾਂ ਆਪ ਜੀ ਦੀ ਆਗਿਆ ਦੇ ਅਨੁਸਾਰ ਹਾਂ, ਜਿਵੇਂ ਤੁਸੀਂ ਕਹੋਗੇ ਮੈਂ ਤੇ ਉਸੇ ਤਰ੍ਹਾਂ ਕਰਨਾ ਹੈ। ਆਪ ਜੀ ਦੇ ਪਿਤਾ ਜੀ ਨੇ ਮੈਨੂੰ ਆਪ ਜੀ ਦਾ ਦਾਸ ਵਿਚਾਰ ਕੇ, ਦਾਸ ਜਾਣ ਕੇ ਨਾਲ ਭੇਜਿਆ ਹੈ। ਇਸ ਕਰਕੇ ਮੇਰੇ ਤੇ ਕੋਈ ਦੋਸ਼ ਨਹੀਂ ਲਾਉਣਗੇ, ਮੇਰੇ ਤੇ ਕੋਈ ਇਹ ਦੋਸ਼ ਨਹੀਂ ਆਰੋਪਣਗੇ। ਇਹ ਚੰਗਾ ਹੈ ਜਾਂ ਮਾੜਾ ਹੈ, ਸ਼ੁਭ ਅਸ਼ੁਭ ਕਰਮ ਬਸ ਤੁਹਾਡਾ ਹੀ ਜਾਣਨਗੇ। ਮੈਂ ਤਾਂ ਤੁਹਾਡੇ ਨਾਲ ਦਾਸ ਬਣ ਕੇ ਆਇਆ ਹਾਂ। ਇਸ ਤਰ੍ਹਾਂ ਗਿਣਤੀਆਂ ਗਿਣਦਿਆਂ ਹੋਏ ਆ ਭਾਈ ਬਾਲਾ ਜੀ ਤੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੋਵੇਂ ਆਪਸ ਵਿੱਚ ਗੱਲਾਂ ਕਰਦੇ ਆਉਂਦੇ। ਅੱਧੇ ਰਾਹ ਦੇ ਵਿੱਚ ਅੱਧਾ ਕੁ ਸਫ਼ਰ ਤੈਅ ਹੋ ਗਿਆ, ਉੱਥੋਂ ਗੱਲਾਂ ਬਾਤਾਂ ਕਰਦੇ ਕਰਦੇ ਗਿਣਤੀਆਂ ਮਿਣਤੀਆਂ ਵਿਚਾਰਾਂ ਕਰਦੇ ਹੋਏ ਨਗਰ ਵੱਲ ਨੂੰ ਆ ਰਹੇ ਹਨ। ਇੰਨੇ ਚਿਰ ਨੂੰ ਰਾਏ ਭੋਏ ਦੀ ਤਲਵੰਡੀ ਮਹਾਰਾਜ ਦਾ ਨਗਰ ਨੇੜੇ ਆ ਗਿਆ। ਭਾਈ ਬਾਲਾ ਜੀ ਕਹਿੰਦੇ ਮੈਂ ਤਾਂ ਚੱਲ ਕੇ ਆ ਗਿਆ, ਕਿਉਂਕਿ ਉਹ ਦੱਸ ਰਹੇ ਹਨ, ਇਤਿਹਾਸ ਲਿਖਵਾ ਰਹੇ ਆ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਖਡੂਰ ਸਾਹਿਬ ਦੀ ਧਰਤੀ ਤੇ। ਭਾਈ ਪੈੜਾ ਮੁਖਾ ਜੀ ਲਿਖ ਰਹੇ ਆ, ਭਾਈ ਬਾਲਾ ਜੀ ਸੁਣਾ ਰਹੇ ਇਤਿਹਾਸ, ਉਹ ਆਪ ਆਪਣੀ ਗੱਲ ਸਾਰੀ ਸੁਣਾ ਰਹੇ। ਕਹਿੰਦੇ ਮੈਂ ਤਾਂ ਚੱਲ ਕੇ ਆਪਣੇ ਘਰ ਨੂੰ ਆ ਗਿਆ, ਪਰ ਕਮਲ ਫੁੱਲ ਵਰਗੇ ਖਿੜੇ ਹੋਏ ਚਿਹਰੇ ਵਾਲੇ, ਖਿੜੇ ਹੋਏ ਮੁਖ ਵਾਲੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨਗਰ ਵਿੱਚ ਨਹੀਂ ਪ੍ਰਵੇਸ਼ ਕੀਤਾ, ਆਪਣੇ ਘਰ ਵਿੱਚ ਨਹੀਂ ਗਏ। ਜੋ ਨਗਰ ਤੋਂ ਬਾਹਰ ਇੱਕ ਤਲਾਅ ਸੀ, ਛੱਪੜ ਤਾਲ ਹੀ ਕਹਿੰਦੇ ਸੀ ਪਿਛਲੇ ਸਮੇਂ ਵਿੱਚ, ਪਿੰਡਾਂ ਦੇ ਲਾਗੇ ਛੱਪੜ ਹੀ ਹੁੰਦੇ। ਉਹ ਇੱਕ ਤਾਲ ਸੀ, ਕੱਚਾ ਤਾਲ, ਜਿਹੜਾ ਜਲ ਤੋਂ ਹੀਣ ਸੀ, ਪਾਣੀ ਤੋਂ ਹੀਣਾ ਸੀ ਤੇ ਨਗਰ ਤੋਂ ਥੋੜੀ ਦੂਰੀ ਤੇ ਸੀ। ਉਸ ਪਾਣੀ ਤੋਂ ਬਿਨਾਂ ਸੁੱਕਾ ਹੋਇਆ ਜਿਹੜਾ ਤਲਾਬ ਸੀ ਨਾ, ਸੁੱਕਾ ਹੋਇਆ ਡੂੰਘਾ ਥਾਂ ਜਿੱਥੇ ਪਾਣੀ ਮੀਂਹ ਦਾ ਇਕੱਠਾ ਹੁੰਦਾ ਸੀ, ਉਹਨਾਂ ਦਿਨਾਂ 'ਚ ਸੁੱਕਾ ਸੀ, ਉਸ ਥਾਂ ਤੇ ਉਹ ਸੁੱਕੇ ਛੱਪੜ ਦੇ ਵਿੱਚ ਬੈਠ ਗਏ, ਸੁੱਕੇ ਤਾਲ ਦੇ ਵਿੱਚ ਬੈਠ ਗਏ ਮਹਾਰਾਜ, ਜਿਨ੍ਹਾਂ ਦੀ ਬੈਠਕ ਬੜੀ ਸੁੰਦਰ ਹੈ। ਹੁਣ ਮਹਾਰਾਜ ਦੇ ਪਿਤਾ ਮਹਿਤਾ ਕਲਿਆਣ ਚੰਦ ਜੀ ਨੇ ਜਦੋਂ ਸੁਣਿਆ ਨਾ ਕਿ ਭਾਈ ਬਾਲਾ ਘਰੇ ਆ ਗਿਆ ਹੈ, ਤੇ ਬਾਬਾ ਕਾਲੂ ਜੀ ਨੂੰ ਤਾਂ ਹਿਰਦੇ ਨੂੰ ਹੌਲ ਪਿਆ ਬੜੀ ਛੇਤੀ। ਆਪਣੇ ਇੱਕ ਦਾਸ ਨੂੰ ਭੇਜ ਕਰਕੇ ਭਾਈ ਬਾਲਾ ਜੀ ਕਹਿੰਦੇ ਮੈਨੂੰ ਸੱਦ ਲਿਆ, ਆਪਣੇ ਘਰੇ ਬੁਲਾ ਲਿਆ। ਜਦੋਂ ਮੈਂ ਪਹੁੰਚਾ, ਪਿਤਾ ਜੀ ਦੇ ਸਾਹਮਣੇ ਪਹੁੰਚਿਆ, ਕਹਿੰਦੇ ਮੇਰੇ ਵੱਲੇ ਬਹੁਤ ਗੁੱਸੇ ਦੀ ਨਿਗਾਹ ਨਾਲ ਵੇਖਿਆ, ਕਰੂਰ ਦ੍ਰਿਸ਼ਟੀ ਦੇ ਨਾਲ ਵੇਖ ਕਰਕੇ ਤੇ ਫਿਰ ਬਚਨ ਕੀਤਾ ਮਹਿਤਾ ਕਲਿਆਣ ਚੰਦ ਜੀ ਨੇ, ਉਹ ਭਾਈ ਬਾਲਿਆ 20 ਰੁਪਈਏ ਕਿੱਥੇ ਆ, ਤੇ ਨਾਨਕ ਨੂੰ ਕਿੱਥੇ ਛੱਡ ਕੇ ਆਇਆ ਹੈ। ਹੁਣ ਗੁੱਸੇ ਵਿੱਚ ਆਇਆ ਪਿਤਾ, ਬਾਪੂ ਗੁੱਸੇ ਵਿੱਚ ਆਇਆ, ਉਹ ਕਹਿੰਦਾ ਭਾਈ ਬਾਲਿਆ ਕਿੱਥੇ 20 ਰੁਪਈਏ ਤੇ ਨਾਨਕ ਕਿੱਥੇ ਆ, ਦੱਸ। ਤੂੰ ਕਿਉਂ ਛੱਡ ਕੇ ਆਇਆ ਸਾਥ ਉਸ ਦਾ, ਕਿ ਉਹ ਪਿੱਛੇ ਕਿਉਂ ਰਹਿ ਗਿਆ ਹੈ। ਮੈਂ 20 ਰੁਪਈਏ ਤੁਹਾਨੂੰ ਵਪਾਰ ਕਰਨ ਵਾਸਤੇ ਦਿੱਤੇ ਸੀ, ਉਹ ਵਪਾਰ ਕੀਤਾ ਕਿ ਨਹੀਂ ਕੀਤਾ। ਫਿਰ ਖਬਰਸਾਰ ਵੀ ਨਹੀਂ ਮੈਨੂੰ ਦੇ ਕੇ ਗਿਆ। ਸੁਭਾਅ ਸੀ ਪਿਤਾ ਦਾ, ਪਟਵਾਰੀ ਸੀ ਅਗਲਾ, ਰੋਜ਼ ਇਸ ਤਰ੍ਹਾਂ ਖੁੱਲੇ ਖੁਲਾਸੇ ਵਚਨ ਬੋਲਦਾ ਸੀ ਪਿਤਾ ਤੇ। ਤਾਂ ਉਹਨਾਂ ਨੇ ਉਸ ਵੇਲੇ ਫਿਰ ਬਚਨ ਕੀਤਾ, ਕਹਿਣ ਲੱਗੇ ਵੀ ਮੈਨੂੰ ਤਾਂ ਖਬਰ ਵੀ ਨਹੀਂ ਦੇ ਕੇ ਗਿਆ, ਆਪਣੇ ਘਰ ਨੂੰ ਸਿੱਧਾ ਹੀ ਚਲੇ ਗਿਆ ਹੈ।
ਦੱਸ ਪੁੱਤਰ ਨਾਨਕ ਨੂੰ ਕਿਹੜੀ ਨਗਰੀ ਵਿੱਚ ਛੱਡ ਕੇ ਆਇਆ ਹੈ? ਕਿਤੇ ਰੁੱਸ ਨਹੀਂ ਗਿਆ ਅੱਜ ਫੇਰ? ਉਹ ਰੁੱਸ ਗਿਆ ਤੇ ਤੂੰ ਮਨਾਇਆ ਨਹੀਂ, ਉਸ ਨੂੰ ਮੋੜਿਆ ਨਹੀਂ, ਨਾਲ ਕਿਉਂ ਨਹੀਂ ਲੈ ਕੇ ਆਇਆ? ਕਹਿੰਦੇ ਮਹਾਰਾਜ ਦੇ ਪਿਤਾ ਜੀ ਦੀ ਇਸ ਤਰ੍ਹਾਂ ਦੀ ਬਾਣੀ, ਇਸ ਤਰ੍ਹਾਂ ਦੇ ਬੋਲ ਸੁਣ ਕਰਕੇ ਫਿਰ ਮੈਂ ਬੇਨਤੀ ਕੀਤੀ, ਫਿਰ ਸਾਰਾ ਕੁਝ ਸੱਚੀ ਦੱਸਣਾ ਹੀ ਪੈਣਾ ਸੀ। ਜੋ ਕੁਝ ਬੀਤੀ ਉਹ ਸੱਚੀ ਸੱਚੀ ਸਾਰੀ ਗੱਲ ਦੱਸ ਦਿੱਤੀ। ਆਖਿਆ ਮਹਿਤਾ ਜੀ ਜਾਂਦਿਆਂ ਜਾਂਦਿਆਂ ਇੱਕ ਰਾਹ 'ਚ ਜੰਗਲ ਦੇ ਵਿੱਚ ਫਕੀਰਾਂ ਦੀ, ਉੱਥੇ ਫਕੀਰਾਂ ਦਾ ਜਥਾ ਸੀ, ਫਕੀਰਾਂ ਦੀ ਮੰਡਲੀ ਸੀ, ਸਾਧੂ ਬੈਠੇ ਹੋਏ ਸਨ ਜੰਗਲ ਦੇ ਵਿੱਚ। ਜਦੋਂ ਅਸੀਂ ਜਾ ਰਹੇ ਸੀ ਨਾ ਤੇ ਫਿਰ ਸ੍ਰੀ ਨਾਨਕ ਜੀ ਉਹਨਾਂ ਸਾਧੂਆਂ ਦੇ ਪਾਸ ਬੈਠ ਗਏ। ਕੁਛ ਆਪਸ ਦੇ ਵਿੱਚ ਗੱਲਬਾਤ ਕੀਤੀ, ਪਰਸਪਰ ਬੋਲ ਬੁਲਾਰਾ ਉਸ ਵੇਲੇ ਗੱਲਬਾਤ ਕੀਤੀ ਤੇ ਉਹ 20 ਰੁਪਏ ਉੱਥੇ ਖਰਚ ਦਿੱਤੇ ਆਪ ਜੀ ਦੇ ਪੁੱਤਰ ਨੇ, ਸ੍ਰੀ ਨਾਨਕ ਜੀ ਨੇ ਭੋਜਨ ਦੇ ਵਾਸਤੇ ਸਾਧੂਆਂ ਨੂੰ ਦੇ ਦਿੱਤੇ। ਕਹਿਣ ਲੱਗੇ ਸ੍ਰੀ ਨਾਨਕ ਜੀ ਕਿ ਜਿਵੇਂ ਪਿਤਾ ਜੀ ਦੀ ਆਗਿਆ ਹੈ, ਪਿਤਾ ਜੀ ਨੇ ਆਖਿਆ ਕਿ ਚੰਗਾ ਵਣਜ ਕਰਨਾ ਹੈ ਤੇ ਇਸ ਕਰਕੇ ਭਲੇ ਵਣਜ ਦੀ ਆਗਿਆ ਹੈ ਪਿਤਾ ਜੀ ਦੀ, ਤੇ ਇਹ ਭਲਾ ਵਣਜ ਹੈ, ਇਹ ਚੰਗਾ ਵਪਾਰ ਹੈ ਤੇ ਇਹ ਕਿਰਤ ਆਪਾਂ ਕਰ ਲੈਨੇ ਆ। ਇਸ ਤਰ੍ਹਾਂ ਉਹਨਾਂ ਨੇ 20 ਰੁਪਏ ਉੱਥੇ ਖਰਚ ਦਿੱਤੇ। 20 ਰੁਪਈਆਂ ਦੀ ਰਸਦ-ਬਸਤ ਸਾਧੂਆਂ ਨੂੰ ਦੇ ਕਰਕੇ ਤੇ ਵਾਪਸ ਫਿਰ ਘਰ ਨੂੰ ਮੋੜ ਆਏ ਅਸੀਂ। ਇਸ ਕਰਕੇ ਮੈਂ ਤਾਂ ਘਰ ਵਿੱਚ ਆ ਗਿਆ ਤੇ ਉਹ ਕਿਸੇ ਥਾਂ ਤੇ ਨਗਰ ਤੋਂ ਬਾਹਰ-ਬਾਹਰ ਬੈਠ ਗਏ ਹਨ। ਘਰੇ ਤਾਂ ਨਹੀਂ ਆਏ ਕਿਉਂਕਿ ਉਹਨਾਂ ਨੇ ਡਰ ਧਾਰਨ ਕੀਤਾ ਵੀ ਪਿਤਾ ਜੀ ਗੁੱਸੇ ਹੋਣਗੇ, ਕ੍ਰੋਧ ਕਰਨਗੇ। ਇਹ ਵਿਚਾਰ ਕੇ ਕਿ ਪਿਤਾ ਜੀ ਨੇ ਹੁਣ ਗੁੱਸੇ ਹੋਣਾ ਵਾ, ਇਸ ਕਰਕੇ ਤਾਂ ਨਹੀਂ ਘਰੇ ਆਏ, ਬਾਹਰ ਹੀ ਬੈਠੇ ਹੋਏ ਹਨ। ਇਸ ਤਰ੍ਹਾਂ ਸੁਣ ਕਰਕੇ ਮਹਿਤਾ ਕਲਿਆਣ ਚੰਦ ਜੀ ਨੇ ਜਦੋਂ ਸੁਣਿਆ ਨਾ ਭਾਈ ਬਾਲਾ ਜੀ ਤੋਂ, ਇੰਨਾ ਗੁੱਸਾ ਚੜਿਆ, ਕਹਿੰਦੇ ਥੋੜਾ ਨਹੀਂ ਬਹੁਤ ਜ਼ਿਆਦਾ ਕ੍ਰੋਧ ਚੜ ਗਿਆ। ਗੁੱਸਾ ਤੇ ਪਹਿਲਾਂ ਹੀ ਚੜ ਗਿਆ ਸੀ ਕਿ ਪੁੱਤਰ ਨਾਨਕ ਕਿਉਂ ਨਹੀਂ ਆਇਆ, ਭਾਈ ਬਾਲਾ ਇਕੱਲਾ ਆ ਗਿਆ ਤੇ ਉਹ ਫੇਰ ਕਿਤੇ ਰਹਿ ਗਿਆ। ਹੁਣ ਜਦੋਂ ਸਾਰੀ ਗੱਲ ਦੱਸ ਦਿੱਤੀ, ਕਹਿੰਦੇ ਵੀ ਫੇਰ ਇਸ ਤਰ੍ਹਾਂ ਕਿਉਂ, ਜਿਵੇਂ ਪਰਸਤ ਘ੍ਰਿਤ, ਜਿਵੇਂ ਘਿਓ ਪੈ ਜਾਵੇ ਨਾ ਅੱਗ ਦੇ ਉੱਤੇ ਤੇ ਅੱਗ ਹੋਰ ਜ਼ੋਰ ਫੜਦੀ ਹੈ। ਗੁੱਸਾ ਪਹਿਲੋਂ ਚੜਿਆ ਸੀ ਤੇ ਭਾਈ ਬਾਲਾ ਜੀ ਦੀ ਇੰਨੀ ਗੱਲ ਸੁਣ ਕਰਕੇ ਵੀ 20 ਰੁਪਈਆਂ ਦੀ ਰਸਦ-ਬਸਤ ਸਾਧੂਆਂ ਨੂੰ ਦੇ ਦਿੱਤੀ ਤੇ ਫਿਰ ਤਾਂ ਅੱਗ ਦੇ ਉੱਤੇ ਘਿਓ ਪੈਣ ਵਾਲੀ ਗੱਲ ਹੋ ਗਈ ਤੇ ਬਹੁਤ ਜ਼ਿਆਦਾ ਗੁੱਸਾ ਚੜਿਆ। ਆਖਿਆ ਚੱਲ ਭਾਈ ਬਾਲਿਆ ਮੇਰੇ ਨਾਲ, ਮੈਨੂੰ ਦੱਸ ਕਿੱਥੇ ਬੈਠਾ ਨਾਨਕ। ਕਿਉਂਕਿ ਸਾਧ ਸੰਗਤ ਜੀ ਇਹ ਪਿਤਾ ਆਪਣੇ ਪੁੱਤਰ ਦਾ ਨਾਮ ਇਸੇ ਤਰ੍ਹਾਂ ਹੀ ਗੁੱਸੇ ਵਿੱਚ ਤਾਂ ਇਸ ਤਰ੍ਹਾਂ ਹੀ ਨਾਂ ਲਿਆ ਜਾਂਦਾ। ਉਸ ਵੇਲੇ ਪਿਤਾ ਨੇ, ਕਿਉਂਕਿ ਜੋ ਇਤਿਹਾਸ ਵਿੱਚ ਜਿਸ ਤਰ੍ਹਾਂ ਦਾ ਪ੍ਰਸੰਗ ਉਸ ਤਰ੍ਹਾਂ ਦੀ ਬੇਨਤੀ ਕਰਨੀ ਪੈਂਦੀ ਹੈ। ਆਪਾਂ ਤੇ ਮਹਾਰਾਜ ਦਾ ਨਾਮ ਜਿਸ ਵੇਲੇ ਲੈਣਾ ਹੈ ਭਾਵਨਾ ਨਾਲ ਹੀ ਲੈਣਾ, ਪਰ ਪਿਤਾ ਨੂੰ ਹੱਕ ਵੀ ਹੈ ਉਹ ਲੈ ਲੈਂਦਾ ਛੋਟਾ ਨਾਮ ਪਿਤਾ ਦਾ, ਕਿਉਂਕਿ ਉਹਦਾ ਪੁੱਤਰ ਵਾ, ਉਹ ਅੱਧਾ ਨਾਂ ਲੈ ਕੇ ਵੀ ਆਵਾਜ਼ ਮਾਰ ਸਕਦਾ। ਉਹਨੇ ਤੇ ਅੱਗੇ ਜਾ ਕੇ ਹਲੇ ਹੋਰ ਵੀ ਕੁਝ ਕਰਨਾ। ਇਸ ਕਰਕੇ ਪਿਤਾ ਨੇ ਆਖਿਆ ਵੀ ਚੱਲ ਭਾਈ ਬਾਲਿਆ ਦੱਸ ਕਿੱਥੇ ਬੈਠਾ ਨਾਨਕ, ਇੱਕ ਵਾਰੀ ਮੈਨੂੰ ਵਿਖਾ ਦੇ ਤੂੰ ਚੱਲ ਕੇ। ਤਾਂ ਉਸ ਵੇਲੇ ਚੱਲੋ ਸੰਗ ਮੇਰੇ ਨਾਲ ਚੱਲ ਤੇ ਮੈਨੂੰ ਦੱਸ ਕਿੱਥੇ ਹੈ, ਤੇ ਮੁਖ ਤੋਂ ਬੋਲਦਾ ਹੀ ਜਾ ਰਿਹਾ ਪਿਤਾ ਬਹੁਤ ਗੁੱਸੇ ਦੇ ਵਿੱਚ। ਭਾਈ ਬਾਲਾ ਜੀ ਕਹਿੰਦੇ ਮੈਨੂੰ ਨਾਲ ਲੈ ਲਿਆ ਤੇ ਨਾਲ ਲੈ ਕੇ ਉਧਰ ਨੂੰ ਤੁਰ ਪਏ। ਸਾਰੀ ਗੱਲਬਾਤ ਜਦੋਂ ਘਰ ਵਿੱਚ ਹੋਈ ਹੈ ਤੇ ਧੰਨ ਮਾਤਾ ਤ੍ਰਿਪਤਾ ਜੀ ਨੇ ਸੁਣ ਲਈ ਸਾਰੀ ਗੱਲ ਵੀ 20 ਰੁਪਏ ਜਿਹੜੇ ਆ ਉਹ ਸਾਧੂਆਂ ਨੂੰ ਛਕਾ ਦਿੱਤੇ ਆ। ਮਾਤਾ ਤ੍ਰਿਪਤਾ ਜੀ ਨੇ ਸਾਰੀ ਗੱਲਬਾਤ ਸੁਣ ਲਈ ਵੀ ਹੁਣ ਉਹਨਾਂ ਦੇ ਪਿਤਾ ਜੀ ਮਹਿਤਾ ਕਲਿਆਣ ਚੰਦ ਗੁੱਸੇ ਵਿੱਚ ਆ ਕੇ ਹੁਣ ਪੁੱਤਰ ਨਾਨਕ ਨੂੰ ਲੱਭਣ ਗਏ ਹਨ।
ਛੇਤੀ ਨਾਲ ਆਖਿਆ ਆਪਣੀ ਪੁੱਤਰੀ ਨੂੰ, ਬੇਬੇ ਨਾਨਕੀ ਨੂੰ, ਕਿ ਨਾਨਕੀ ਜਾਂ ਤੇਰੇ ਪਿਤਾ ਜੀ ਬਹੁਤ ਗੁੱਸੇ ਵਿੱਚ ਤੇਰੇ ਭਰਾ ਨੂੰ ਲੱਭਣ ਗਏ ਵੀਰ ਤੇਰੇ ਨੂੰ, ਤੇ ਭੱਜ ਕੇ ਜਾ, ਗੁੱਸੇ ਵਿੱਚ ਆਏ ਆ, ਕੁੱਟਣਗੇ ਮਾਰਨਗੇ, ਤੇ ਤੂੰ ਜਾ ਕੇ ਛਡਾਵੀਂ। ਉਸੇ ਵੇਲੇ ਤੋਰਿਆ ਬੇਬੇ ਜੀ ਨੂੰ ਮਗਰ। ਆਪਣੇ ਪਤੀ ਦੇ ਸੁਭਾਅ ਤੋਂ ਚੰਗੀ ਤਰ੍ਹਾਂ ਜਾਣੂ ਹੈ ਧੰਨ ਮਾਤਾ ਤ੍ਰਿਪਤਾ ਜੀ, ਉਹਨਾਂ ਦੇ ਪਤੀ ਹੈ ਮਹਿਤਾ ਕਲਿਆਣ ਚੰਦ ਜੀ। ਇਸ ਕਰਕੇ ਪਤੀ ਦੇ ਗੁੱਸੇ ਤੋਂ ਕਾਲਜਾ ਧੜਕਦਾ ਹੈ ਕਿ ਹੁਣ ਜਾ ਕੇ ਮੇਰੇ ਪੁੱਤਰ ਨੂੰ ਕੁੱਟਣਗੇ। ਜਿੱਥੇ ਆਪਣੀ ਪੁੱਤਰੀ ਨੂੰ, ਆਪਣੀ ਧੀ ਨੂੰ ਬੇਬੇ ਨਾਨਕੀ ਜੀ ਨੂੰ ਭੇਜਿਆ ਨਾ, ਜਾ ਤੇਰੇ ਬਾਬਲ ਗਏ ਹੀ ਗੁੱਸੇ ਦੇ ਵਿੱਚ, ਤੂੰ ਵੀ ਜਾ ਛੇਤੀ ਦੇ ਨਾਲ। ਉੱਥੇ ਮਗਰੇ ਹੀ ਦਾਸ ਦਾਸੀਆਂ ਨੂੰ ਵੀ ਭੇਜ ਦਿੱਤਾ ਹੈ ਕਿ ਤੁਸੀਂ ਵੀ ਜਾਓ। ਕੁਝ ਨਗਰ ਦੇ ਲੋਕ ਵੀ ਉਹਨਾਂ ਵੇਖਿਆ ਵੀ ਆ ਮਹਿਤਾ ਕਲਿਆਣ ਚੰਦ ਬਹੁਤ ਗੁੱਸੇ ਦੇ ਨਾਲ ਬੋਲਦਾ ਜਾ ਰਿਹਾ, ਅੱਜ ਫੇਰ ਕੋਈ ਘਟਨਾ ਵਾਪਰੀ ਲੱਗਦੀ, ਅੱਜ ਫੇਰ ਕੁਝ ਇਹਨਾਂ ਦੇ ਪੁੱਤਰ ਨੇ ਕੋਈ ਕਾਰਾ ਇਸ ਤਰ੍ਹਾਂ ਦਾ ਕੀਤਾ ਹੋਣਾ ਵਾ, ਕਿਉਂਕਿ ਉੱਚੀ ਉੱਚੀ ਬੋਲਦਾ ਜਾ ਰਿਹਾ ਮਹਿਤਾ ਕਲਿਆਣ ਚੰਦ ਗੁੱਸੇ ਦੇ ਵਿੱਚ। ਇਸ ਕਰਕੇ ਉਹ ਨਗਰ ਦੇ ਲੋਕ ਵੀ ਵੇਖਣ ਵਾਸਤੇ ਮਗਰ ਗਏ। ਤੇ ਜਦੋਂ ਬਾਰ-ਬਾਰ ਚਲੇ ਗਏ ਨਾ ਨਗਰ ਤੋਂ, ਕਿਉਂਕਿ ਪੁਰਾਣੇ ਬਜ਼ੁਰਗਾਂ ਦੇ ਬੋਲੇ ਵੀ ਬੜੇ ਖੁੱਲੇ ਹੁੰਦੇ ਸੀ। ਹੁਣ ਵੀ ਵੇਖ ਲਓ, ਪੁਰਾਣੇ ਬਜ਼ੁਰਗ ਖੰਗੂਰਾ ਮਾਰਨਾ ਜਾਂ ਇਸੇ ਤਰ੍ਹਾਂ ਪੁਰਾਣੇ ਬਜ਼ੁਰਗਾਂ ਨੇ ਆਵਾਜ਼ ਮਾਰਨੀ, ਹਾਕ ਮਾਰਨੀ, ਪੁਰਾਣੇ ਜਿਹੜੇ ਬਜ਼ੁਰਗ ਵਾ ਉਹਨਾਂ ਦੀਆਂ ਗੱਲਾਂ ਉਹਨਾਂ ਨਾਲ ਹੀ ਸੀ। ਅੱਗੇ ਅੱਗੇ ਸਾਰਾ ਕੁਝ ਘਟਿਆ, ਜਿੱਥੇ ਉਮਰਾਂ ਘਟੀਆਂ, ਸਰੀਰ ਬਲ ਘਟਿਆ, ਕੱਦ ਘਟਿਆ, ਪੁਰਾਣੇ ਬਜ਼ੁਰਗਾਂ ਦੀਆਂ ਗੱਲਾਂ ਤੇ ਇਸ ਤਰ੍ਹਾਂ ਹੀ ਸੀ ਨਾ। ਉਹ ਫਿਰ ਜਦੋਂ ਕੋਈ ਝਗੜਾ ਹੋ ਜਾਂਦਾ, ਗੁੱਸੇ 'ਚ ਆ ਜਾਂਦੇ, ਤੇ ਅੱਧੇ ਪਿੰਡ ਨੂੰ ਪਤਾ ਲੱਗ ਜਾਂਦਾ ਕਿ ਬੋਲਦਾ ਫਲਾਣਾ ਸੋਂ ਕੀ ਆਵਾਜ਼ ਹੈ। ਤੋ ਇਸ ਤਰੀਕੇ ਦੀ ਹੁਣ ਪਿਤਾ ਜੀ ਜਾ ਰਹੇ ਆ, ਮਗਰ ਨਗਰ ਦੇ ਲੋਕ ਵੀ ਗਏ ਆ। ਤੇ ਬਹਿਰ ਜਾਏ ਪਿੱਖ ਜਲ ਬਿਨ ਤਾਲਾ, ਜਦੋਂ ਨਗਰ ਤੋਂ ਬਾਰ-ਬਾਰ ਜਾ ਕੇ ਵੇਖਿਆ ਨਾ ਰਾਏ ਭੋਏ ਦੀ ਤਲਵੰਡੀ ਤੋਂ ਬਾਰ-ਬਾਰ, ਜਿੱਥੇ ਸੁੱਕਾ ਤਲਾਅ ਹੈ ਜਿਹਦੇ ਵਿੱਚ ਪਾਣੀ ਨਹੀਂ ਹੈ, ਉਹ ਨੀਵਾਂ ਥਾਂ ਸੀ, ਜਿਹੜਾ ਛੱਪੜ ਵਾਲਾ ਨੀਵਾਂ ਥਾਂ, ਉਹ ਸੁੱਕੇ ਥਾਂ ਦੇ ਵਿੱਚ ਕਿਰਪਾਲੂ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਹੋਏ ਹਨ। ਜਦੋਂ ਜਾ ਕੇ ਪਿਤਾ ਮਹਿਤਾ ਕਲਿਆਣ ਚੰਦ ਨੇ ਵੇਖਿਆ ਆਪਣੇ ਪੁੱਤਰ ਨੂੰ, ਬੋਲਦੇ ਤਾਂ ਪਹਿਲਾਂ ਹੀ ਜਾ ਰਹੇ ਸੀ, ਪਰ ਵੇਖ ਕੇ ਗੁੱਸਾ ਹੋਰ ਚੜਿਆ ਤੇ ਬਹੁਤ ਕ੍ਰੋਧ ਦੇ ਵਿੱਚ ਦੁਰਬਚਨ ਬੋਲੇ ਬਹੁਤੇ ਹੀ। ਜਾ ਕੇ ਨਾ ਬਾਂਹ ਤੋਂ ਫੜ ਲਿਆ, ਬਾਂਹ ਤੋਂ ਫੜ ਕੇ ਉਠਾ ਲਿਆ, ਤੇ ਬਹੁਤ ਭਾਰੀ ਗੁੱਸੇ ਦੇ ਨਾਲ ਭਰੇ ਹੋਏ ਪਿਤਾ ਨੇ ਪੁੱਛਿਆ ਹੈ, ਆਖਿਆ ਦੱਸ ਨਾਨਕ ਕਿੱਥੇ 20 ਰੁਪਈਏ? ਘਰ ਨੂੰ ਉਜਾੜਨ ਵਾਲਿਆ, ਤੂੰ ਤੇ ਘਰ ਨੂੰ ਹੀ ਉਜਾੜੀ ਜਾਂਦਾ ਹੈ, 20 ਰੁਪਈਏ ਕਿੱਥੇ ਹੈ? ਜਾ ਕੇ ਗੁੱਸੇ ਵਿੱਚ ਪੁੱਛਿਆ ਹੈ। ਤੇ ਕਿੱਥੇ ਆ ਵਪਾਰ, ਕਿੱਥੇ ਲਾਭ ਕਿੱਥੇ ਹੈ ਜਿਹੜਾ ਤੂੰ ਕਰਕੇ ਲਿਆਇਆ ਵਣਜ? ਕਿਹੜਾ ਲਾਭ ਦਾ ਸੌਦਾ ਤੂੰ ਖਰੀਦਿਆ ਤੇ ਕਿਹੜਾ ਤੂੰ ਵਪਾਰ ਕੀਤਾ ਹੈ? ਕਿੱਥੇ ਉਹ ਲਾਭ ਜਿਹੜਾ ਖੱਟਿਆ ਹੈ? ਜਦੋਂ ਦਾ ਤੂੰ ਮੇਰੇ ਘਰ ਦੇ ਵਿੱਚ ਪੈਦਾ ਹੋਇਆ, ਤੂੰ ਤਾਂ ਮੇਰੇ ਘਰੇ ਜੰਮ ਕਰਕੇ ਮੇਰਾ ਨਾਂ ਹੀ ਗਵਾ ਦਿੱਤਾ ਹੈ। ਗੁੱਸੇ ਵਿੱਚ ਆ ਕੇ ਪਿਤਾ ਜੀ ਕਹਿੰਦੇ ਆ, ਪਰ ਅੱਜ ਵੇਖਣ ਮਹਿਤਾ ਕਲਿਆਣ ਚੰਦ ਜੀ ਵੀ ਮਹਾਰਾਜ ਨੇ ਨਾਂ ਗਵਾਇਆ ਕਿ ਬਣਾਇਆ। ਉਹ 20 ਰੁਪਈਆਂ ਦਾ ਲੰਗਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਲਾਇਆ। ਅੱਜ ਕਿਹੜੀ ਥਾਂ ਤੇ ਕਿਹੜੇ ਦੇਸ਼ ਵਿੱਚ ਲੰਗਰ ਨਹੀਂ ਚੱਲਦਾ, ਪਰ ਇਹ ਲੰਗਰ ਚਲਾਉਣ ਵਾਸਤੇ ਪਿਤਾ ਜੀ ਦੇ ਕਿੰਨੇ ਬੋਲ ਸੁਣੇ ਤੇ ਪਿਤਾ ਜੀ ਦੀ ਕਿੰਨੀ ਨਾਰਾਜ਼ਗੀ ਜਿਹੜੀ ਆ ਉਹ ਸਹਾਰੀ ਹੈ ਮਹਾਰਾਜ ਸਾਹਿਬ ਜੀ। ਆਖਿਆ ਤੂੰ ਮੇਰੇ ਘਰ ਵਿੱਚ ਜੰਮ ਕਰਕੇ ਤੇ ਮੇਰਾ ਨਾਂ ਹੀ ਗਵਾ ਦਿੱਤਾ, ਤੂੰ ਤਾਂ ਘਰ ਨੂੰ ਉਜਾੜਨ ਵਾਲਾ। 20 ਰੁਪਈਏ ਕਿੱਥੇ ਦੱਸ ਮੈਨੂੰ? ਹੁਣ ਮਹਾਰਾਜ ਸਾਹਿਬ ਕਮਲ ਵਰਗਾ ਮੁਖੜਾ ਜਿਨ੍ਹਾਂ ਦਾ ਖਿੜਿਆ ਹੋਇਆ, ਪਿਤਾ ਜੀ ਦੇ ਸਾਰੇ ਬੋਲ ਸੁਣ ਲਏ, ਕੁਝ ਨਹੀਂ ਅੱਗੋਂ ਬੋਲੇ, ਨੀਵੀਂ ਪਾਈ ਹੋਈ ਚੁੱਪ ਕੀਤੇ ਹੋਏ ਹਨ। ਪਿਤਾ ਜੀ ਬੁਲਾਉਂਦੇ ਆ ਵੀ ਦੱਸ ਤਾਂ ਸਹੀ ਮੈਨੂੰ 20 ਰੁਪਈਏ ਕਿੱਥੇ ਹੈ? ਦੱਸ ਕਿੱਥੇ ਜਿਹੜਾ 20 ਦਾ ਵਪਾਰ ਕੀਤਾ ਤੂੰ? ਦੱਸ ਕਿਹੜਾ ਲਾਭ ਦਾ ਸੌਦਾ ਖਰੀਦਿਆ? ਕਿੱਥੇ ਮੁਨਾਫਾ ਕਿੱਥੇ ਹੈ? ਪਰ ਕੁਝ ਨਹੀਂ ਬੋਲਦੇ।
ਜਾਤੇ ਕ੍ਰੋਧ ਕਰ ਕਰ ਇਸ ਕਰਕੇ ਹੋਰ ਗੁੱਸਾ ਆ ਗਿਆ ਪਿਤਾ ਜੀ ਨੂੰ ਵੀ ਮੈਂ ਤੈਨੂੰ ਪੁੱਛਣ ਡਿਆ ਤੂੰ ਚੁੱਪ ਹੀ ਕੀਤਾ, ਮੈਂ ਬੋਲਦਾ ਹੀ ਕੁਝ ਨਹੀਂ, ਕੁਝ ਤਾਂ ਬੋਲ। ਬਹੁਤ ਗੁੱਸੇ ਵਿੱਚ ਆ ਗਏ ਪਿਤਾ ਜੀ। ਬਹੁਤਾ ਡਰ ਦਿੰਦੇ ਹੋਇਆ ਫਿਰ ਬਹੁਤੀ ਤਾੜਨਾ ਕੀਤੀ ਪਿਤਾ ਜੀ ਨੇ। ਫਿਰ ਸੱਜੇ ਹੱਥ ਦੇ ਨਾਲ ਖੱਬੀ ਗੱਲ ਦੇ ਉੱਤੇ ਪੂਰੇ ਬਲ ਦੇ ਨਾਲ ਤੋਲ ਕੇ ਨਾ, ਚੰਗੀ ਤਰ੍ਹਾਂ ਪੂਰੇ ਜ਼ੋਰ ਦੇ ਨਾਲ ਸੱਜੇ ਹੱਥ ਨਾਲ ਤੇ ਖੱਬੀ ਗੱਲ ਦੇ ਉੱਤੇ ਚਪੇੜਾਂ ਮਾਰੀਆਂ। ਚਪੇੜਾਂ ਮਾਰੀਆਂ ਪੂਰੇ ਜ਼ੋਰ ਦੇ ਨਾਲ ਤੇ ਖੱਬੇ ਹੱਥ ਦੇ ਨਾਲ ਸੱਜੀ ਗੱਲ ਦੇ ਉੱਤੇ, ਗੰਡ ਸਥਲ ਕਹਿੰਦੇ ਆ ਵੀ ਗੱਲ ਤੇ ਪੁੜਪੜੀ ਦਾ ਹਿੱਸਾ, ਇਹਨੂੰ ਗੰਡ ਸਥਲ ਆਖਿਆ। ਗੱਲ ਦੇ ਉੱਤੇ ਤੇ ਪੁੜਪੜੀ ਦੇ ਉੱਤੇ ਖੱਬੇ ਹੱਥ ਦੇ ਨਾਲ ਮਾਰੀਆਂ ਚਪੇੜਾਂ। ਚਪੇੜਾਂ ਮਾਰੀਆਂ ਗੁੱਸੇ ਵਿੱਚ ਆ ਕੇ ਆਪਣੇ ਪੂਰੇ ਜ਼ੋਰ ਦੇ ਨਾਲ, ਨਿਜ ਬਲ, ਆਪਣੇ ਬਲ ਦੇ ਨਾਲ, ਆਪਣੇ ਜ਼ੋਰ ਦੇ ਨਾਲ ਸੱਜੇ ਹੱਥ ਦੇ ਨਾਲ ਖੱਬੀ ਗੱਲ ਦੇ ਉੱਤੇ ਤੇ ਖੱਬੇ ਹੱਥ ਦੇ ਨਾਲ ਸੱਜੀ ਗੱਲ ਦੇ ਉੱਤੇ ਚਪੇੜਾਂ ਮਾਰੀਆਂ। ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਨੇਤਰਾਂ ਦੇ ਵਿੱਚੋਂ ਪਾਣੀ ਵਗਣ ਲੱਗ ਪਿਆ। ਬੋਲੇ ਨਹੀਂ, ਸੀ ਨਹੀਂ ਆਖੀ, ਹਾਏ ਨਹੀਂ ਆਖੀ, ਚੁੱਪ ਵਾ। ਪਿਤਾ ਤੋਂ ਚਪੇੜਾਂ ਖਾ ਲਈਆਂ ਤੇ ਅੱਖਾਂ ਦੇ ਵਿੱਚੋਂ ਪਾਣੀ ਵਗਦਾ ਜਾ ਰਿਹਾ, ਅੱਖਾਂ ਚੋਂ, ਨੇਤਰਾਂ ਚੋਂ ਨੀਰ ਵਗਦਾ ਜਾ ਰਿਹਾ। ਆ ਕਈ ਕਹਿਣਗੇ ਵੀ ਇੱਕ ਚਪੇੜ ਮਾਰੀ ਹੈ, ਹੁਣ ਇੱਥੇ ਇੱਕ ਦਾ ਤਾਂ ਨਹੀਂ, ਇੱਥੇ ਤਾਂ ਚਪੇਟਣ ਲਿਖਿਆ, ਤਮਾਚੇ ਲਿਖਿਆ। ਤਮਾਚਾ ਹੁੰਦਾ ਇੱਕ ਚਪੇੜ, ਤਮਾਚੇ ਆ ਜ਼ਿਆਦੀਆਂ ਚਪੇੜਾਂ। ਦੋ ਵਾਰੀ ਜ਼ਿਕਰ ਆਇਆ, ਦੋਵਾਂ ਗੱਲਾਂ ਦਾ ਆਇਆ ਨਾਲੇ। ਦਹਿਨ ਹਾਥ ਤੇ ਬਾਮ ਕਪੋਲਾ, ਹਨੇ ਤਮਾਚੇ। ਜੇ ਹੁੰਦਾ ਇੱਕ ਤੇ ਆਉਣਾ ਹੀ ਹਣਾ ਤਮਾਚਾ, ਆਇਆ ਹਨੇ ਤਮਾਚੇ ਬਲ ਸੋਂ ਤੋਲਾ। ਚਪੇੜਾਂ ਮਾਰੀਆਂ ਬਹੁਤੀਆਂ ਸੱਜੇ ਹੱਥ ਦੇ ਨਾਲ ਖੱਬੀ ਗੱਲ ਦੇ ਉੱਤੇ। ਫਿਰ ਅਗਲੀ ਦੂਸਰੀ ਗੱਲ ਦਾ ਆਖਿਆ ਵੀ ਬਾਮ ਹਾਥ ਤੇ ਦਹਿਨ ਗੰਡ ਸਥਲ, ਹਨੇ ਚਪੇਟਨ। ਇਹ ਤੇ ਫਿਰ ਹਨੇ ਚਪੇਟਨ ਬਹੁ ਵਚਨ, ਵੀ ਚਪੇੜਾਂ ਮਾਰੀਆਂ ਰਿਸ ਕਰ ਨਿਜ ਬਲ। ਦੋਵਾਂ ਗੱਲਾਂ ਦੇ ਉੱਤੇ ਚਪੇੜਾਂ ਮਾਰੀਆਂ। ਹੁਣ ਜਿੰਨੀਆਂ ਪਿਤਾ ਜੀ ਤੋਂ ਗੁੱਸੇ ਵਿੱਚ ਵੱਜ ਗਈਆਂ ਉਨੀਆਂ ਮਾਰ ਦਿੱਤੀਆਂ। ਗੁੱਸੇ 'ਚ ਪਤਾ ਲੱਗਦਾ ਕਿ 2 ਮਾਰਨੀਆਂ, 4 ਮਾਰਨੀਆਂ ਕਿ 5-7 ਮਾਰਨੀਆਂ। ਉਹ ਜਿੰਨਾ ਗੁੱਸਾ ਚੜਿਆ ਸੀ ਪਿਤਾ ਜੀ ਨੂੰ, ਉਹਨਾਂ ਨੇ ਦੋਵੇਂ ਗੱਲਾਂ ਦੇ ਉੱਤੇ ਜ਼ੋਰ ਨਾਲ ਚਪੇੜਾਂ ਮਾਰ ਦਿੱਤੀਆਂ, ਇੱਧਰੋਂ ਇੱਧਰ, ਉੱਧਰੋਂ ਉੱਧਰ। ਤੇ ਮਹਾਰਾਜ ਸਾਹਿਬ ਜੀ ਦੇ ਨੇਤਰਾਂ ਦੇ ਵਿੱਚੋਂ ਜਲ ਵਗਣ ਲੱਗ ਪਿਆ। ਕਹਿੰਦੇ ਇਸ ਤਰ੍ਹਾਂ ਜਲ ਨਿਕਲਦਾ ਜਿਵੇਂ ਆਪ ਜੀ ਨੇ ਪੀੜ ਮੰਨੀ ਹੈ। ਹੁਣ ਕਵੀ ਜੀ ਆਪਣੇ ਢੰਗ ਨਾਲ ਕਥਨ ਕਰਦੇ, ਕਹਿੰਦੇ ਮਹਾਰਾਜ ਦੇ ਨੇਤਰਾਂ ਚੋਂ ਜਲ ਇਸ ਤਰ੍ਹਾਂ ਵਗਦਾ ਹੈ ਜਾਣੋ 2 ਮੱਛ ਪਾਣੀ ਪੀ ਕਰਕੇ ਨਦੀ ਦੇ ਵਿੱਚੋਂ, ਉਹ ਜਿਵੇਂ ਪਾਣੀ ਨੂੰ ਉਛਲ ਰਹੇ ਹੋਣ 2 ਮੱਛ ਪਾਣੀ ਪੀ ਕੇ ਉਛਲ ਰਹੇ ਹੋਣ, ਇਸ ਤਰ੍ਹਾਂ ਮਹਾਰਾਜ ਦੇ ਦੋਵੇਂ ਨੇਤਰਾਂ ਚੋਂ ਜਲ ਵਗ ਰਿਹਾ ਹੈ। ਤੇ ਜਾਂ ਕਹਿੰਦੇ ਵੀ ਕਮਲ ਫੁੱਲ, ਉਹਦੇ ਉੱਤੇ ਜਿਵੇਂ ਪਾਣੀ ਦੀਆਂ ਬੂੰਦਾਂ ਪਈਆਂ ਹੋਣ। ਮਹਾਰਾਜ ਦਾ ਚਿਹਰਾ ਕਮਲ ਫੁੱਲ ਦੀ ਤਰ੍ਹਾਂ ਖਿੜਿਆ ਹੋਇਆ ਨਾ, ਤੇ ਜਿਹੜੇ ਉਹ ਨੇਤਰਾਂ ਦੇ ਵਿੱਚੋਂ ਅਥਰੂ ਕਿਰੇ ਆ, ਜਲ ਦੀਆਂ ਬੂੰਦਾਂ ਕਿਰੀਆਂ, ਤੇ ਉਹ ਮਹਾਰਾਜ ਦੇ ਚਿਹਰੇ ਤੇ ਆ। ਜਾਣੋ ਕਮਲ ਫੁੱਲ ਦੇ ਉੱਤੇ ਜਿਹੜੀਆਂ ਬੂੰਦਾਂ ਹਨ ਜਲ ਦੀਆਂ, ਪਰ ਉਹ ਬੂੰਦਾਂ ਦੇ ਉੱਤੇ ਜਿਹੜੀ ਹੈ ਉਹ ਮੋਤੀਆਂ ਦੀ ਜਿਹੜੀ ਸੋਭਾ ਹੈ ਉਹ ਲੁਭਾਇਮਾਨ ਹੋ ਰਹੀ ਹੈ। ਜਾਣੋ ਕਿ ਜਿਹੜੇ ਮੋਤੀ ਆ ਨਾ, ਉਹਨਾਂ ਬੂੰਦਾਂ ਤੋਂ ਕੁਰਬਾਨ ਕੀਤੇ ਜਾ ਸਕਦੇ ਆ। ਜਿਹੜੀਆਂ ਬੂੰਦਾਂ ਨੇਤਰਾਂ ਦੇ ਵਿੱਚੋਂ ਜਲਦੀਆਂ, ਮਹਾਰਾਜ ਦੀਆਂ ਗੱਲਾਂ ਤੇ ਆ ਕੇ ਟਿਕੀਆਂ, ਮਹਾਰਾਜ ਦੇ ਮੁਖ ਤੇ ਆ ਕੇ ਟਿਕੀਆਂ ਬੂੰਦਾਂ, ਉਹ ਜਾਣੋ ਜਿਵੇਂ ਕਮਲ ਫੁੱਲ ਦੇ ਉੱਤੇ ਬੂੰਦਾਂ ਹੁੰਦੀਆਂ ਜਲਦੀਆਂ, ਤੇ ਉਹਨਾਂ ਬੂੰਦਾਂ ਤੋਂ ਮੋਤੀਆਂ ਦੀਆਂ ਬੂੰਦਾਂ ਕੁਰਬਾਨ ਹੋ ਰਹੀਆਂ। ਮੋਤੀ ਸਦਕੇ ਜਾ ਰਹੇ ਆ, ਭਾਵ ਉਹ ਬੂੰਦਾਂ ਮੋਤੀਆਂ ਨਾਲੋਂ ਵੀ ਕੀਮਤੀ ਆ। ਮੋਤੀਆਂ ਨੇ ਕੀ ਮੁਕਾਬਲਾ ਕਰਨਾ ਵਾ ਜਿਹੜਾ ਜਲ ਮਹਾਰਾਜ ਦੇ ਨੇਤਰਾਂ 'ਚ ਹੋ ਗਿਆ। ਉਹਨਾਂ ਤੋਂ ਮੋਤੀਆਂ ਦੀ ਸ਼ੋਭਾ ਵੀ ਜਿਹੜੀ ਹੈ, ਛਬੀ ਹੈ, ਉਹ ਵੀ ਲੁਭਾਇਮਾਨ ਹੋ ਰਹੀ ਹੈ। ਕਵੀ ਜੀ ਕਹਿੰਦੇ ਗੱਲਾਂ ਤੇ ਨੀਲ ਪੈ ਗਏ ਸੀ, ਕਿੰਨੀ ਜ਼ੋਰ ਨਾਲ ਮਾਰੀਆਂ ਹੋਣੀਆਂ ਚਪੇੜਾਂ, ਐਵੇਂ ਨਹੀਂ ਲੰਗਰ ਚੱਲਿਆ।
ਇਹ ਮਹਾਰਾਜ ਦਾ ਲੰਗਰ ਛਕਦੇ ਆ। ਇੱਕ ਵਾਰ ਇਹ ਯਾਦ ਕਰਿਆ ਕਰੀਏ ਜਦੋਂ ਲੰਗਰ ਛਕਦੇ, ਲੰਗਰ 'ਚ ਬੈਠ ਕੇ, ਕਿ ਇਹ ਲੰਗਰ ਚਲਾਉਣ ਵਾਸਤੇ ਕਿੰਨੀਆਂ ਚਪੇੜਾਂ ਖਾਧੀਆਂ ਆਪਣੇ ਪਿਤਾ ਦੇ ਕੋਲੋਂ। ਫਿਰ ਲੰਗਰ ਚੱਲਿਆ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦਾ। ਇਹਨੂੰ ਛਕਣ ਵਾਲਾ ਵੀ, ਇਹਨੂੰ ਵਰਤਾਉਣ ਵਾਲਾ ਵੀ ਭਾਵਨਾ ਨਾਲ ਵਰਤਾਵੇ ਤੇ ਭਾਵਨਾ ਨਾਲ ਛਕੇ, ਝੂਠਾ ਵਿੱਚ ਨਾ ਛੱਡੇ, ਓਨਾ ਹੀ ਲਵੇ ਜਿੰਨਾ ਛਕਣਾ ਹੈ। ਭਾਵੇਂ ਉਹ ਕੜਾ ਪ੍ਰਸ਼ਾਦੀ ਦੇਗਾ ਤੇ ਭਾਵੇਂ ਉਹ ਗੁਰੂ ਕਾ ਲੰਗਰ ਹੈ, ਕਿਉਂਕਿ ਕਿੱਡਾ ਵੱਡਾ ਇਹਦੇ ਪਿੱਛੇ ਇਤਿਹਾਸ ਹੈ। ਤੋ ਮਹਾਰਾਜ ਸਾਹਿਬ ਜੀ ਦੇ ਗੱਲਾਂ ਦੇ ਉੱਤੇ ਕਵੀ ਜੀ ਕਹਿੰਦੇ ਨੀਲ ਪਏ ਹੋਏ ਆ, ਤੇ ਕਵੀ ਜੀ ਆਪਣੇ ਢੰਗ ਦੇ ਨਾਲ ਸੋਭਾ ਕਰਦੇ ਆ ਮਹਾਰਾਜ ਸਾਹਿਬ ਜੀ ਦੇ, ਵੀ ਗੱਲਾਂ ਉੱਤੇ ਪਏ ਹੋਏ ਨੀਲ ਇਸ ਤਰ੍ਹਾਂ ਸੋਭ ਰਹੇ ਹਨ। ਕਹਿੰਦੇ ਜਿਵੇਂ ਕਮਲ ਫੁੱਲ ਦੇ ਉੱਤੇ ਭੌਰੇ ਬੈਠ ਗਏ ਤੇ ਉੱਡਣ ਦਾ ਨਾਂ ਨਹੀਂ ਲੈਂਦੇ, ਅਡੋਲ ਬੈਠ ਗਏ ਭੌਰੇ, ਕਿਉਂਕਿ ਮਹਾਰਾਜ ਦੇ ਮੁਖ ਨੂੰ ਉਹ ਕਮਲ ਫੁੱਲ ਦੇ ਨਾਲ ਸੋਭਾ ਦੇ ਰਹੇ ਨਾ। ਮਹਾਰਾਜ ਦਾ ਮੁਖੜਾ ਕਮਲ ਫੁੱਲ ਦੀ ਤਰ੍ਹਾਂ ਖਿੜਿਆ ਹੋਇਆ। ਹੁਣ ਪਿਤਾ ਨੇ ਮਾੜੀਆਂ ਚਪੇੜਾਂ ਤੇ ਨੀਲ ਪੈ ਗਏ ਕੋਮਲ ਜੇ ਮੁਖੜੇ ਦੇ ਉੱਤੇ। 15 ਸਾਲ ਦੀ ਉਮਰ ਸੀ ਮਹਾਰਾਜ ਦੀ ਉਦੋਂ। 15 ਸਾਲ ਦਾ ਬਾਲ, ਜੇ ਆਮ ਆਪਾਂ ਸਧਾਰਨ ਬਾਲਕ ਦੀ ਗੱਲ ਵੀ ਕਰੀਏ, ਕਿਸ਼ੋਰ ਅਵਸਥਾ ਇਹਨੂੰ ਲਿਖਿਆ, 15 ਸਾਲ ਦੀ ਕਿਸ਼ੋਰ ਅਵਸਥਾ। ਤੇ 15 ਸਾਲ ਦਾ ਜਿਹੜਾ ਬੱਚਾ ਹੈ ਉਹਦੇ ਮੁਖ ਤੇ ਜ਼ੋਰ ਨਾਲ ਚਪੇੜਾਂ ਮਾਰੀਆਂ ਜਾਣ ਤੇ ਉਹਦੀਆਂ ਕੋਮਲ ਜਿਹੀਆਂ ਗੱਲਾਂ ਦੇ ਉੱਤੇ ਨੀਲ ਸੁਭਾਵਕ ਹੀ ਪੈਣੇ। ਫਿਰ ਪਿਤਾ ਨੇ ਬੜੇ ਗੁੱਸੇ ਵਿੱਚ ਆ ਕੇ ਚਪੇੜਾਂ ਮਾਰੀਆਂ, ਨੀਲ ਪਏ ਹੋਏ ਆ। ਤੇ ਉਹ ਨੀਲ ਕਵੀ ਜੀ ਕਹਿੰਦੇ ਨੀਲ ਵੀ ਇਸ ਤਰ੍ਹਾਂ ਸੋਭ ਰਹੇ ਆ ਕਿ ਕਮਲ ਫੁੱਲ ਦੇ ਉੱਤੇ ਭੌਰੇ ਬਹਿੰਦੇ ਆ ਨਾ। ਕਹਿੰਦੇ ਨੀਲ ਜਾਣੋ ਕਿ ਭੌਰੇ ਬੈਠੇ ਹੋਏ ਮਹਾਰਾਜ ਦੇ ਮੁਖ ਦੇ ਉੱਤੇ ਕਮਲ ਫੁੱਲ ਉੱਤੇ, ਪਰ ਅਡੋਲ ਬੈਠ ਗਏ, ਜਿਵੇਂ ਉੱਡਦੇ ਹੀ ਨਹੀਂ। ਜਿਵੇਂ ਫੁੱਲ ਉੱਤੇ ਭੌਰੇ ਤੇ ਬਹਿ ਕੇ ਸੁਗੰਧੀ ਲੈ ਕੇ ਉੱਡ ਜਾਂਦੇ ਨਾ, ਹੁਣ ਨੀਲ ਤਾਂ ਪੱਕੇ ਪੈ ਗਏ। ਹੁਣ 2 ਦਿਨ ਰਹਿਣਗੇ ਹੀ ਨਾ ਨੀਲ ਜਿਹੜੇ ਪਏ ਆ, ਐਡੀ ਛੇਤੀ ਤੇ ਨਹੀਂ ਹਟਣ ਲੱਗੇ। ਇਸ ਕਰਕੇ ਉਹ ਨੀਲ ਇਸ ਤਰ੍ਹਾਂ ਵਾ ਜਿਵੇਂ ਕਮਲ ਫੁੱਲ ਦੇ ਉੱਤੇ ਭੌਰੇ ਬੈਠੇ ਤੇ ਉਹ ਬੈਠ ਹੀ ਗਏ, ਅਡੋਲ ਹੋ ਗਏ ਹਨ। ਜਾਂ ਇੱਕ ਹੋਰ ਸੋਭਾ ਕਰਦੇ, ਕਹਿੰਦੇ ਵੀ ਜਾਣੋ ਜਾਂ ਮਹਾਰਾਜ ਦਾ ਮੁਖੜਾ ਕਲੰਕ ਤੋਂ ਰਹਿਤ ਚੰਦਰਮਾ ਹੀ ਸੀ, ਤੇ ਮ੍ਰਿਗਸ਼ਾਲਾ ਮਾਰੀ ਹੈ ਰਿਖੀ ਨੇ, ਗੌਤਮ ਰਿਖੀ ਨੇ ਆਪਣਾ ਕੱਪੜਾ ਜਿਹੜਾ ਉਹ ਮਾਰਿਆ, ਕਹਿੰਦੇ ਚੰਦਰਮਾ ਦੇ ਵਿੱਚ। ਪੁਰਾਣਕ ਇਤਿਹਾਸ ਹੈ ਪੁਰਾਤਨ। ਤੇ ਉਹਦੇ ਨਾਲ ਕਹਿੰਦੇ ਮ੍ਰਿਗਸ਼ਾਲਾ ਦੇ ਨਾਲ, ਰਿਖੀ ਦੀ ਮ੍ਰਿਗਸ਼ਾਲਾ ਦੇ ਨਾਲ ਉਹ ਕਲੰਕ ਪੈ ਗਿਆ ਚੰਦਰਮਾ ਦੇ ਵਿੱਚ। ਇਸ ਤਰ੍ਹਾਂ ਮਹਾਰਾਜ ਦੇ ਚਿਹਰੇ ਦੇ ਉੱਤੇ ਨੀਲ ਪਏ ਹੋਏ ਆ। ਜਦੋਂ ਪਿਤਾ ਜੀ ਮਾਰ ਰਹੇ ਸੀ ਨਾ ਚਪੇੜਾ, ਇੰਨੇ ਚਿਰ ਨੂੰ ਭੈਣ ਜੀ ਪਹੁੰਚ ਗਏ ਨੇੜੇ। ਬੇਬੇ ਨਾਨਕੀ ਜੀ ਛੇਤੀ ਮਗਰ ਪਹੁੰਚ ਗਏ। ਜਾ ਕੇ ਪਿਤਾ ਜੀ ਦਾ ਹੱਥ ਫੜ ਲਿਆ ਦੋਵਾਂ ਬਾਹਾਂ ਦੇ ਨਾਲ। ਜਾ ਕੇ ਬੇਬੇ ਨਾਨਕੀ ਜੀ ਨੇ ਆਪਣੇ ਪਿਤਾ ਜੀ ਦੇ ਹੱਥ ਫੜ ਲਏ ਉਸੇ ਵੇਲੇ, ਜੋ ਪਿਤਾ ਜੀ ਬਹੁਤ ਗੁੱਸੇ ਵਿੱਚ ਭਰੇ ਹੋਏ ਸਨ। ਹੋਰ ਜਿਹੜੇ ਦਾਸ ਦਾਸੀਆਂ ਘਰ ਦੇ ਵੀ ਗਏ ਸੀ, ਨਗਰ ਦੇ ਲੋਕ ਵੀ ਜਿਹੜੇ ਵੇਖਣ ਵਾਸਤੇ ਆਏ ਹੋਏ ਸਨ, ਉਹਨਾਂ ਨੇ ਆ ਕੇ ਵੀ ਫਿਰ ਮਹਾਰਾਜ ਦੇ ਪਿਤਾ ਜੀ ਨੂੰ ਵਰਜਿਆ। ਉਹਨਾਂ ਆਖਿਆ ਵੀ ਕੋਈ ਗੱਲ ਨਹੀਂ ਮਹਿਤਾ ਕਲਿਆਣ ਚੰਦ, ਵੀ ਹੁਣ ਨਾ ਘੋਟੇ ਨਾ ਆਪਣੇ ਪੁੱਤਰ ਨੂੰ ਨਾਨਕ। ਉਹਨਾਂ ਨੇ ਆ ਕੇ ਵੀ ਰੋਕਣਾ ਕੀਤਾ, ਵਰਜਣਾ ਕੀਤਾ। ਨਗਰ ਦੇ ਲੋਕਾਂ ਨੇ ਫਿਰ ਮਹਾਰਾਜ ਸਾਹਿਬ ਜੀ ਨੂੰ ਨਾਲ ਲੈ ਲਿਆ, ਜੋ ਸੁੱਖਾਂ ਦੇ ਸਾਗਰ ਵਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਨਾਲੇ ਤੇ ਨਗਰ ਦੇ ਉਹ ਲੋਕ ਮਹਾਰਾਜ ਨੂੰ ਨਗਰ ਨੂੰ ਲੈ ਕੇ ਜਾ ਰਹੇ ਆ, ਨਾਲੇ ਗੁਰੂ ਸਾਹਿਬ ਜੀ ਦਾ ਮੁਖ ਪੂੰਝਦੇ ਜਾ ਰਹੇ, ਕਿਉਂਕਿ ਨੇਤਰਾਂ ਚੋਂ ਜਲ ਵਗਦਾ ਜਾ ਰਿਹਾ ਸੀ। ਨਗਰ ਵਾਲੇ ਉਹ ਗੁਰਮੁਖ ਪਿਆਰੇ ਬਹੁਤ ਕੋਮਲ ਕੋਮਲ ਬੋਲ ਬੋਲਦੇ ਦਿਲਾਸਾ ਦਿੰਦੇ ਜਾ ਰਹੇ ਆ, ਦਿਲਾਸਾ ਦਿੰਦੇ, ਧੀਰਜ ਦਿੰਦੇ ਜਾ ਰਹੇ ਹਨ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹੌਲੀ ਹੌਲੀ ਗਰੀਬ ਨਵਾਜ ਸੱਚੇ ਪਾਤਸ਼ਾਹ ਨਗਰ ਵੱਲ ਨੂੰ ਜਾ ਰਹੇ ਹਨ। ਉਧਰਲੇ ਪਾਸੇ ਧੰਨ ਮਾਤਾ ਤ੍ਰਿਪਤਾ ਜੀ ਵੀ ਘਰ ਤੋਂ ਬਾਹਰ ਆਏ ਹੋਏ ਆ, ਤੇ ਘਰ ਤੋਂ ਬਾਹਰ ਆ ਕੇ ਵੇਖ ਰਹੇ ਸੀ ਵੀ ਮੇਰਾ ਪੁੱਤਰ ਨਾਨਕ ਕਦੋਂ ਆਉਂਦਾ ਵਾ, ਕਿਉਂਕਿ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਕੁੱਟਿਆ ਹੋਣਾ ਵਾ, ਝਿੜਕਿਆ ਹੋਣਾ।
ਇਸ ਕਰਕੇ ਮਾਤਾ ਜੀ ਵੀ ਉਧਰ ਨੂੰ ਨਿਗਾਹ ਲਾ ਕੇ ਵੇਖ ਰਹੇ ਹਨ। ਪੂਰਨ ਪ੍ਰੇਮ ਵਹਿ ਪੁਰਿਆਈ। ਬਹੁਤ ਜ਼ਿਆਦਾ ਪ੍ਰੇਮ ਹੈ ਮਾਤਾ ਜੀ ਦਾ, ਪੂਰਨ ਪ੍ਰੇਮ ਵਿੱਚ ਭਰੇ ਹੋਏ। ਨਗਰ ਤੋਂ ਬਾਰ-ਬਾਰ ਮਾਤਾ ਜੀ ਵੀ ਆ ਗਏ ਸਨ। ਸਜਲ ਵਿਲੋਚਨ ਸਤਿ ਬਲੋਕੀ। ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਗਰ ਦੇ ਲੋਕਾਂ ਦੇ ਨਾਲ ਬੇਬੇ ਨਾਨਕੀ ਜੀ ਦੇ ਸਮੇਤ, ਮਗਰ ਹੀ ਫਿਰ ਪਿਤਾ ਜੀ ਨੇ ਵੀ ਆ ਹੀ ਜਾਣਾ ਸੀ, ਉਹ ਵੀ ਆ ਗਏ। ਤੇ ਹੁਣ ਜਦੋਂ ਮਹਾਰਾਜ ਪਹੁੰਚੇ ਨਾ ਆਪਣੇ ਮਾਤਾ ਜੀ ਦੇ ਕੋਲੇ, ਤੇ ਮਾਤਾ ਜੀ ਨੇ ਵੇਖਿਆ ਇਹ ਆਪਣੇ ਪੁੱਤਰ ਸ੍ਰੀ ਨਾਨਕ ਜੀ ਨੂੰ ਸਜਲ ਵਿਲੋਚਨ, ਨੇਤਰ ਜਲ ਦੇ ਸਹਿਤ ਹਨ, ਨੇਤਰਾਂ ਵਿੱਚੋਂ ਜਲ ਵਗ ਰਿਹਾ ਹੈ। ਧੰਨ ਮਾਤਾ ਤ੍ਰਿਪਤਾ ਜੀ ਦੇ ਹਿਰਦੇ ਅੰਦਰ ਪ੍ਰੇਮ ਦਾ ਉਛਾਲਾ ਆਇਆ, ਪ੍ਰੇਮ ਉਮਗਿਆ। ਉਹ ਪ੍ਰੇਮ ਉਛਲਿਆ ਤੇ ਉਹ ਪ੍ਰੇਮ ਮਾਤਾ ਜੀ ਤੋਂ ਰੋਕਿਆ ਨਹੀਂ ਗਿਆ। ਮਾਤਾ ਜੀ ਦੇ ਨੇਤਰਾਂ ਵਿੱਚ ਵੀ ਜਲ ਆ ਗਿਆ। ਧੰਨ ਮਾਤਾ ਤ੍ਰਿਪਤਾ ਜੀ ਨੇ ਘੁੱਟ ਕੇ ਆਪਣੇ ਪੁੱਤਰ ਨਾਨਕ ਨੂੰ ਗਲ ਵਕੜੀ ਵਿੱਚ ਲਿਆ, ਤੇ ਜਿੱਥੇ ਮਹਾਰਾਜ ਦੇ ਨੇਤਰਾਂ ਵਿੱਚ ਜਲ ਸੀ, ਉੱਥੇ ਧੰਨ ਮਾਤਾ ਤ੍ਰਿਪਤਾ ਜੀ ਦੇ ਨੇਤਰਾਂ ਦੇ ਵਿੱਚੋਂ ਵੀ ਜਲ ਭਰ ਆਇਆ। ਅਥਰੂਆਂ ਦੇ ਨਾਲ, ਆਂਸੂਆਂ ਦੇ ਨਾਲ ਆਪਣੇ ਪੁੱਤਰ ਦੇ ਅੰਗ ਭਿਉਂ ਦਿੱਤੇ ਮਾਤਾ ਤ੍ਰਿਪਤਾ ਜੀ ਨੇ। ਫਿਰ ਮਾਤਾ ਜੀ ਨਾਲ ਲੈ ਕਰਕੇ ਆਏ ਆਪਣੇ ਪੁੱਤਰ ਨੂੰ, ਘਰ ਦੇ ਵਿੱਚ ਆ ਕੇ ਚਿਹਰਾ ਵੇਖਿਆ ਹੈ। ਜਲ ਲੈ ਕਰਕੇ ਮਾਤਾ ਜੀ ਨੇ ਫਿਰ ਚਿਹਰੇ ਨੂੰ ਧੋਤਾ ਹੈ, ਮੁਖੜੇ ਨੂੰ ਸਾਫ਼ ਕੀਤਾ ਹੈ। ਪੁੱਤਰ ਅੱਜ ਤੋਂ ਬਾਅਦ ਤੂੰ ਕੋਈ ਕੰਮ ਨਾ ਕਰਿਆ ਕਰ, ਕੋਈ ਕਾਰਜ ਨਾ ਕਰਿਆ ਕਰ। ਨਗਰ ਦੇ ਵਿੱਚ ਵਿਚਰਿਆ ਕਰ, ਜਿਵੇਂ ਤੇਰੀ ਇੱਛਾ ਵਾ, ਜਿੱਧਰ ਨੂੰ ਜਾਣ ਦੇ ਤੂੰ ਖੁੱਲਾ ਡੁੱਲਾ ਵਿਚਰਿਆ ਕਰ। ਅੱਜ ਤੋਂ ਬਾਅਦ ਮੇਰੇ ਪੁੱਤਰ ਨਾਨਕ ਨੇ ਕੋਈ ਕੰਮ ਨਹੀਂ ਕਰਨਾ ਹੈ। ਪੁੱਤਰ ਜੇ ਤੂੰ ਕੋਈ ਕੰਮ ਨਾ ਕਰੇਗਾ, ਕੋਈ ਕਾਰੋਬਾਰ ਨਾ ਕਰੇਗਾ, ਫਿਰ ਕੋਈ ਕੰਮ ਨਹੀਂ ਵਿਗੜੇਗਾ। ਤੂੰ ਕਰਦਾ ਕੁਝ ਨਾ ਕੋਈ ਤੇ ਤਾਂ ਹੀ ਵਿਗੜਦਾ ਹੈ ਨਾ, ਤੇ ਤਾਂ ਹੀ ਤੇਰੇ ਪਿਤਾ ਜੀ ਗੁੱਸੇ ਹੁੰਦੇ। ਇਸ ਕਰਕੇ ਮੈਂ ਤੈਨੂੰ ਕਹਿੰਦੀ ਤੂੰ ਕਰਿਆ ਹੀ ਕੁਝ ਨਾ ਕਰ, ਨਾ ਕੋਈ ਕੰਮ ਵਿਗੜੇ ਤੇ ਨਾ ਝਗੜਾ ਹੋਵੇ ਤੇ ਨਾ ਤੇਰੇ ਪਿਤਾ ਜੀ ਗੁੱਸੇ ਹੋਣ। ਇਸ ਕਰਕੇ ਅੱਜ ਤੋਂ ਬਾਅਦ ਤੂੰ ਕੋਈ ਕੰਮ ਨਹੀਂ ਕਰਨਾ, ਬਸ ਵਿਹਲਾ ਰਹਿ ਕਰਕੇ ਨਗਰ 'ਚ ਵਿਚਰਿਆ ਕਰ। ਇਸ ਕਰਕੇ ਕਿਉਂਕਿ ਪੁੱਤਰ ਆਪਣੇ ਘਰ ਦੇ ਵਿੱਚ ਸਾਰੇ ਸੁੱਖ ਦਿੱਤੇ ਵਿਧਾਤੇ ਨੇ, ਪਰਮੇਸ਼ਰ ਨੇ ਸਾਰੀਆਂ ਸੁੱਖ ਸਹੂਲਤਾਂ, ਸਾਰੇ ਪਦਾਰਥ ਦਿੱਤੇ। ਆਪਾਂ ਨੂੰ ਨੌਕਰ ਚਾਕਰ ਦਿੱਤੇ, ਆਪਾਂ ਨੂੰ ਮੱਝਾਂ ਗਾਵਾਂ ਦਿੱਤੀਆਂ, ਜ਼ਮੀਨ ਜਾਇਦਾਦ ਦਿੱਤੀ ਹੈ, ਧਨ ਦੌਲਤ ਦਿੱਤੀ। ਕੋਈ ਕਮੀ ਆਪਣੇ ਘਰ ਵਿੱਚ? ਵਿਧਾਤਾ ਨੇ ਸਭ ਕੁਝ ਦਿੱਤਾ ਹੈ। ਮੇਰਾ ਪੁੱਤਰ ਅੱਜ ਤੋਂ ਬਾਅਦ ਕੋਈ ਕੰਮ ਨਹੀਂ ਤੂੰ ਕਰਨਾ, ਬਸ ਘਰੇ ਬੈਠਿਆ ਹੋਇਆ ਪ੍ਰਭੂ ਦੇ ਰੰਗ ਵਿੱਚ ਰੰਗਿਆ ਰਿਹਾ ਕਰ, ਰੰਗ ਵਿੱਚ ਰਤਿਆ ਰਿਹਾ ਕਰ। ਜਦੋਂ ਇੰਨੀ ਘਟਨਾ ਘਟੀ ਨਾ, ਇਹ ਕੁਝ ਵਾਪਰਿਆ, ਨਗਰ ਦੇ ਲੋਕ ਜਿਹੜੇ ਵੇਖ ਰਹੇ ਸਨ, ਕੁਝ ਵੇਖਣ ਵਾਲਿਆਂ ਨੇ, ਕੁਝ ਆਦਮੀ ਛੇਤੀ ਚਲੇ ਗਏ ਉਹ ਰਾਏ ਬੁਲਾਰ ਦੇ ਪਾਸ। ਉਹਨਾਂ ਜਾ ਕੇ ਰਾਏ ਬੁਲਾਰ ਨੂੰ ਦੱਸਿਆ ਹੈ, ਜਿੱਥੇ ਰਾਏ ਬੁਲਾਰ ਜੀ ਆਪਣੀ ਸਭਾ ਲਾ ਕੇ ਬੈਠੇ ਹੋਏ ਸਨ, ਉੱਥੇ ਜਾ ਕਰਕੇ ਸਾਰੀ ਗੱਲਬਾਤ ਸੁਣਾ ਦਿੱਤੀ ਕਿ 20 ਰੁਪਈਏ ਜੋ ਬਾਬਾ ਕਾਲੂ ਜੀ ਦੇ ਪੁੱਤਰ ਨੇ ਸਾਧੂਆਂ ਨੂੰ ਨਮਸਕਾਰ ਕਰ ਦਿੱਤੀ, ਸਾਧੂਆਂ ਨੂੰ 20 ਰੁਪਈਏ ਦੇ ਦਿੱਤੇ, ਉਹਨਾਂ ਨੂੰ ਲੰਗਰ ਪਾਣੀ ਛਕਾ ਦਿੱਤਾ। ਜੋ ਮਹਿਤਾ ਕਲਿਆਣ ਚੰਦ ਜੀ ਦੇ ਪੁੱਤਰ ਸ੍ਰੀ ਨਾਨਕ ਜੀ ਦਾ ਦਇਆ ਦੇ ਸਹਿਤ ਤੇ ਬਹੁਤ ਕੋਮਲ ਸੁਭਾਅ ਹੈ। ਰਾਏ ਜੀ, ਸ੍ਰੀ ਨਾਨਕ ਜੀ ਤਾਂ ਕਿਸੇ ਨੂੰ ਨਗਨ ਵੇਖ ਨਹੀਂ ਸਕਦੇ, ਕਿਸੇ ਨੂੰ ਭੁੱਖਾ ਵੇਖ ਨਹੀਂ ਸਕਦੇ। ਇਸ ਕਰਕੇ ਉਹ ਜੇ ਵੇਖਦੇ ਆ ਸਾਹਮਣੇ ਵੀ ਕਿਸੇ ਨੂੰ ਭੁੱਖ ਲੱਗੀ ਹੈ ਤੇ ਉਹਦੀ ਭੁੱਖ ਦੂਰ ਕਰਦੇ ਆ। ਕਿਸੇ ਨੂੰ ਨਗਨ ਵੇਖਦੇ ਆ, ਉਹਨੂੰ ਬਸਤਰ ਦੇਣ ਦਾ ਯਤਨ ਕਰਦੇ ਆ। ਉਹਨਾਂ ਦਾ ਸੁਭਾਅ ਹੀ ਇਸ ਤਰ੍ਹਾਂ ਦਾ ਹੈ। ਅੱਜ ਜਦੋਂ 20 ਰੁਪਈਏ ਸਾਧੂਆਂ ਨੂੰ ਦੇ ਦਿੱਤੇ ਨਾ ਸ੍ਰੀ ਨਾਨਕ ਜੀ ਨੇ, ਤੇ ਅੱਜ ਬਾਬੇ ਕਾਲੂ ਨੇ ਚਪੇੜਾਂ ਮਾਰੀਆਂ ਆਪਣੇ ਪੁੱਤਰ ਦੇ। ਰਾਏ ਜੀ, ਅਸੀਂ ਅੱਖੀਂ ਵੇਖ ਕੇ ਆਏ ਆ, ਬੜੀ ਜ਼ੋਰ ਨਾਲ ਚਪੇੜਾਂ ਮਾਰੀਆਂ ਮਹਿਤਾ ਕਲਿਆਣ ਚੰਦ ਨੇ। ਕਠੋਰ ਵੀ ਬੜਾ ਬੋਲਿਆ ਹੈ ਮਹਿਤਾ ਕਲਿਆਣ ਚੰਦ,
बड़ा डराया अपने पुत्र नूं, जिसने थोड़ा जिन्ना भी तरस नहीं खाधा है। जदों इन्नी गल सुनी ना कन्ना विच राय बलार ने, तलवंडी दे हाकम ने, जिसनों धन श्री गुरु नानक साहब जी महाराज बहुत प्यारे सन, बहुत प्यार करता सी राजे बलार महाराज दे नाल, क्योंकि उन्हें 3 कौतक वेखे सी गुरु साहब जी दे। सब तो पहला ਜਦੋਂ ਜ਼ਿਮੀਂਦਾਰ ਦਾ ਕਿਆਰਾ, ਜ਼ਿਮੀਂਦਾਰ ਦੀ ਫਸਲ ਚਰ ਗਈਆਂ ਸੀ ਮਹਾਰਾਜ ਦੀਆਂ ਮੱਝਾਂ ਗਾਵਾਂ, ਉਹਨੇ ਆਪ ਰਿਆਦ ਕੀਤੀ ਸੀ, ਜਾ ਕੇ ਵੇਖਿਆ ਸੀ ਤੇ ਖੇਤ ਹਰਿਆ ਭਰਿਆ ਸੀ। ਦੂਜਾ ਕੌਤਕ ਵੇਖਿਆ ਸੀ ਕਿ ਚਿੱਟੇ ਰੰਗ ਦੇ ਸੱਪ ਨੇ ਫਨ ਖਿਲਾਰ ਕੇ ਦੁਪਹਿਰ ਢਲੀ ਤੋਂ ਮਹਾਰਾਜ ਦੇ ਚਿਹਰੇ ਤੇ ਛਾਂ ਕੀਤੀ ਹੋਈ ਸੀ। ਤੀਜਾ ਕੌਤਕ ਵੇਖਿਆ ਸੀ ਦੁਪਹਿਰ ਢਲਣ ਤੋਂ ਬਾਅਦ ਸਾਰੇ ਦਰਖਤਾਂ ਦੇ ਪਰਛਾਵੇਂ ਢਲ ਗਏ, पर जिस माल जी के रुख हेठां गुरु जी बिराजे सी उहदा परछावां नहीं सी ढलिया, उहदा परछावां ज्यों दा त्यों ते बाकी दरख्तां वाले वेखदा सी परछावें ढले आ। जिस दरख्त दे हेठां पटवारी दे पुत्र बिराजे होए आ श्री नानक जी, उस दरख्त दा परछावां ही नहीं ढलिया। उस वेले ये 3 कौतक वेखण तो बाद फिर पक्का श्रद्धालू महाराज दे बन गए सन राय बलार जी। उन्होंने महाराज के पिता जी को सद के आख्या भी सी भी झिड़की ना, जो मंगण खाण वास्ते पीण वास्ते पहनण वास्ते वो देवी, पुत्र नूं पुत्र करके ना जानी, तेरे घरे खुदा दा नूर आया ही। हुण जदों इन्नी गल सुनी नगर दे लोकां तो भी मेहता कल्याण चंद ने अपने पुत्र दे मुख ते चपेड़ा मारियां बहुत जोर दे नाल, थोड़ा जिन्ना भी तरस नहीं कीता, ते महाराज दे नाल बड़ा प्यार करते सी राय बलार जी। महाराज दी प्रीत दे नाल हिरदा परिपूर्ण भरिया होया सी। अपने दास नूं बुलाया ते छेती दे नाल भेजिया है। आख्या दास नूं भी जाओ श्री नानक जी नूं बुला के लियाओ, जिन्हां दे कमल फुल वर्गे नेत्र हन, उन्होंने मेरे पास इत्थे मेरे घर विच लैके आओ। उन्हां दे पिता जी नूं भी नाल लै आयो, बाबे कालू नूं भी नाल लै आयो, जिसनूं रब दा भय नहीं है, जिसनूं डर नहीं है। इस तरह कह के नौकर नूं तां भेज दिता उधर नूं कि पिता पुत्र नूं सद के लिया, ते अपने मन विच बहुत गुस्सा छा गया राय बलार दे। मेहता कल्याण चंद दे उत्ते गुस्सा चढ़ गया ते गुस्से दे नाल बुल फरकन लग पे। जदों गुस्सा चढ़ जे बंदे नूं ज़्यादा अखां लाल हो जांदियां ते बुल फरकन लग पैंदे। हुण बुल फरकदे आ राय दे ते हिरदे विच दुख पाया भी मेरे प्यारे नूं चपेड़ा मारियां। बहुत लम्मे लम्मे ते ठंडे श्वास ठंडे होके लैंदा राय बलार। मेरे नगर दे विच ये खुदा दे नूर दी, मेरे प्यारे दी ये भारी नरादरी हो रही है, भारी अवज्ञा हो रही है, क्योंकि ये कलावान हन श्री नानक जी, कल्पना तो रहत हन ते कृपाला कृपा दे घर हन। ऐसे कृपालू कलावान दा मेरे नगर दे विच बहुत ज़्यादा वड्डा निरादर हो रहा है, क्योंकि इस नगर दा राजा मैं हाँ, इथों दा हाकम मैं हाँ। इन्हां दा निरादर हो रहा है तो इहदा दोष मैनू भी लगेगा। देखो धर्मी बंदा सी ना, वो कहंदा मेरे नगर दे विच जे श्री नानक जी का निरादर हो रहा है तो इसका दोष मैनू भी लगेगा। इस तरह झूरदा होया हिरदे दे विच बहुत ज़्यादा गुस्सा धारण किया राय ने। इधर दास आकर के सुखां दे सागर नूं लैके गए धन श्री गुरु नानक देव साहब महाराज जी नूं। सतगुरु जी पहुँच गए जदों सेवक आए सी सदन वास्ते राय बलार जी दे पास। उस मौके ते प्रेम रूप, जो प्रेम रूप ही बनया होया है राय बलार,
ਜਿਨ੍ਹਾਂ ਦਾ ਹਿਰਦਾ ਪ੍ਰੇਮ ਰੂਪ ਬਣਿਆ ਹੈ। ਤੇ ਹਿਰਦੇ ਦੇ ਵਿੱਚ ਜੋ ਪ੍ਰੇਮ ਹੈ ਉਹ ਕਹਿੰਦੇ ਨੇਤਰਾਂ ਦੇ ਰਾਹੀਂ, ਉਹ ਹਿਰਦੇ ਵਿੱਚ ਜਿਹੜਾ ਪ੍ਰੇਮ ਰੂਪੀ ਜਲ ਸੀ ਨਾ ਉਹ ਇਹ ਨੇਤਰਾਂ ਦੇ ਦਰ ਦੇ ਰਾਹੀਂ, ਨੇਤਰਾਂ ਦੇ ਵਿੱਚੋਂ ਫੁਹਾਰੇ ਬਣ ਕੇ ਛੁੱਟ ਗਿਆ। ਭਾਵ ਰਾਏ ਬਲਾਰ ਦੇ ਨੇਤਰਾਂ ਵਿੱਚੋਂ ਜਲ ਵਗਣ ਲੱਗ ਪਿਆ ਪ੍ਰੇਮ ਦਾ। ਉਸ ਵੇਲੇ ਕਹਿੰਦੇ ਵੀ ਨੇਤਰ ਕਵਲ ਫੁੱਲ ਵਰਗੇ ਤਾਂ ਜਲ ਦੇ ਸਹਿਤ ਹੋ ਗਏ, ਉਹਦੇ ਵਿੱਚੋਂ ਜਲ ਵਗਣ ਲੱਗ ਪਿਆ ਹੈ। ਤੇ ਜਾਣੋ ਕਿ ਫੁਹਾਰੇ ਚੱਲ ਪਏ ਤੇ ਨੇਤਰਾਂ ਦੇ ਵਿੱਚੋਂ ਜਲ ਦੀਆਂ ਧਾਰਾਂ ਧਰਤੀ ਤੇ ਡਿੱਗਣ ਲੱਗ ਪਈਆਂ। ਬਹੁਤ ਪ੍ਰੇਮ ਦੇ ਨਾਲ ਭਰਿਆ ਹੋਇਆ ਨੇਤਰਾਂ ਚੋਂ ਜਲ ਵਗ ਰਿਹਾ ਰਾਏ ਬਲਾਰ ਦੇ। ਛੇਤੀ ਦੇ ਨਾਲ ਪਲੰਘ ਨੂੰ ਛੱਡ ਕਰਕੇ ਉੱਠਿਆ ਜਦੋਂ ਮਹਾਰਾਜ ਸਾਹਿਬ ਜੀ ਨੂੰ ਵੇਖਿਆ ਹੈ। ਮਹਾਰਾਜ ਸਾਹਿਬ ਜੀ ਦਾ ਸਤਿਕਾਰ ਕਰਕੇ ਤੇ ਘੁੱਟ ਕੇ ਗਲ ਵਕੜੀ ਵਿੱਚ ਲੈ ਲਿਆ। ਨੇਤਰਾਂ ਵਿੱਚੋਂ ਜਲ ਵਗ ਰਿਹਾ ਰਾਏ ਬਲਾਰ ਦੇ, ਕੰਠ ਰੁਕ ਗਿਆ ਪ੍ਰੇਮ ਦੇ ਨਾਲ। ਬਹੁਤਾ ਪ੍ਰੇਮ ਸੀ ਨਾ, ਹਿਰਦਾ ਪ੍ਰੇਮ ਨਾਲ ਭਰਿਆ ਹੋਇਆ, ਪ੍ਰੇਮ ਉਛਲਿਆ ਹੈ, ਨੇਤਰਾਂ ਚੋਂ ਜਲ ਵਗ ਬਣ ਕੇ ਫੁਹਾਰੇ ਬਣ ਕੇ ਛੁੱਟਿਆ ਹੈ। ਹੁਣ ਘੁੱਟ ਕੇ ਮਹਾਰਾਜ ਨੂੰ ਛਾਤੀ ਨਾਲ ਲਾਇਆ, ਗਲ ਵਕੜੀ ਵਿੱਚ ਲਾਇਆ ਤੇ ਹਿਰਦੇ ਦਾ ਪ੍ਰੇਮ ਉਹ ਨੇਤਰਾਂ ਵਿੱਚੋਂ ਵਗ ਰਿਹਾ ਹੈ। ਬਹੁਤ ਹੀ ਪ੍ਰੇਮ ਦੇ ਵਿੱਚ ਆਇਆ ਰਾਏ ਬਲਾਰ ਤੇ ਗੁਰੂ ਜੀ ਦੇ ਅੰਗ ਹੀ ਭਿਉਂ ਦਿੱਤੇ ਹਨ। ਰਸਨਾ ਤੋਂ ਬੋਲਣਾ ਚਾਹੁੰਦਾ ਰਾਏ ਬਲਾਰ, ਪਰ ਬੋਲਿਆ ਨਹੀਂ ਜਾਂਦਾ ਹੈ, ਗਲਾ ਰੁਕ ਗਿਆ ਕਿਉਂਕਿ ਗਲਾ ਭਰ ਗਿਆ ਪ੍ਰੇਮ ਦੇ ਨਾਲ। ਇਸ ਕਰਕੇ ਗਲਾ ਭਰਿਆ ਹੈ ਤੇ ਬੋਲਿਆ ਨਹੀਂ ਜਾਂਦਾ ਹੈ। ਵੱਡੇ ਮੋਹ ਦੇ ਵਿੱਚ ਕਹਿੰਦੇ ਵੀ ਮਤ ਜਿਹੜੀ ਹੈ ਨਾ ਉਹ ਲੀਨ ਹੋ ਗਈ। ਇਹਨੂੰ ਮੋਹ ਨਹੀਂ ਕਵਾਂਗੇ, ਮਹਾ ਮੋਹ ਤੋਂ ਭਾਵ ਹੈ ਬਹੁਤਾ ਪ੍ਰੇਮ। ਇਹ ਸੰਸਾਰੀ ਮੋਹ ਨਹੀਂ ਹੈ, ਇੱਕ ਪਿਆਰੇ ਦਾ ਪਿਆਰ ਹੈ, ਪ੍ਰੇਮ ਹੈ। ਇਹ ਅੰਦਰਲਾ ਪ੍ਰੇਮ ਹੈ, ਇਹ ਰੂਹਾਨੀ ਪ੍ਰੇਮ ਹੈ। ਬਹੁਤੇ ਪ੍ਰੇਮ ਦੇ ਵਿੱਚ ਮਤ ਜਿਹੜੀ ਉਹ ਲੀਨ ਹੋ ਗਈ ਹੈ ਰਾਏ ਜੀ ਦੀ। ਕਹਿੰਦੇ ਜਿਹੜੇ ਨੇੜੇ ਨੇੜੇ ਖਲੋਤੇ ਸੀ ਨਾ, ਜਦੋਂ ਰਾਏ ਜੀ ਦੀ ਇਸ ਤਰ੍ਹਾਂ ਦੀ ਹਾਲਤ ਵੇਖੀ, ਉਹਨਾਂ ਦੇ ਹਿਰਦੇ ਵੀ ਪਿਘਲ ਗਏ, ਉਹਨਾਂ ਦੇ ਮਨ ਵਿੱਚ ਵੀ ਕਰੁਣਾ ਰਸ ਪੈਦਾ ਹੋਇਆ, ਉਹਨਾਂ ਦੇ ਹਿਰਦੇ ਦੇ ਅੰਦਰ ਵੀ ਉਸ ਵੇਲੇ ਨਰਮਾਈ ਪੈਦਾ ਹੋਈ, ਤਰਸ ਪੈਦਾ ਹੋਇਆ। ਤੇ ਉਹ ਜਾਣਦੇ ਆ ਵੀ ਇਹ ਬਾਬਾ ਕਾਲੂ ਇਹ ਬੜਾ ਸਖਤ ਸੁਭਾਅ ਵਾਲਾ ਹੈ, ਉਸ ਨੂੰ ਮਾੜਾ ਜਾਣਦੇ ਹਨ। ਤੇ ਰਾਏ ਬਲਾਰ ਨੂੰ ਸੁਣਾ ਕਰਕੇ ਬਚਨ ਕਹਿੰਦੇ ਤੇ ਨਿੰਦਦੇ ਹਨ। ਤੇ ਆਪਣੇ ਮਨ ਦੇ ਵਿੱਚ ਜਾਣਦੇ ਆ ਤੇ ਰਾਏ ਨੂੰ ਸੁਣਾਉਂਦੇ ਆ ਵੀ ਬਹੁਤ ਕਰੂਰ ਕਰਮ ਕੀਤਾ ਹੈ, ਕਰੜਾ ਕਰਮ ਕੀਤਾ ਹੈ ਮਹਿਤਾ ਕਲਿਆਣ ਚੰਦ ਨੇ। ਹੁਣ ਰਾਏ ਜੀ ਵੇਖ ਰਹੇ ਆ ਗੱਲਾਂ ਦੇ ਉੱਤੇ ਨੀਲ ਪਏ ਹੋਏ ਹਨ, ਗੱਲਾਂ ਨੀਲੀਆਂ ਹੋਈਆਂ ਪਈਆਂ ਗੁਰੂ ਸਾਹਿਬ ਜੀ ਦੀਆਂ। ਤੇ ਬਹੁਤ ਕੋਮਲ ਕੋਮਲ ਮੁਖੜਾ ਜੋ ਹੈ, ਔਰ ਉਹ ਉਸ ਵੇਲੇ ਰਾਏ ਜੀ ਨੇ ਵੇਖਿਆ ਹੈ, ਹੱਥ ਵੀ ਫੇਰਿਆ ਹੈ ਤੇ ਆਪਣੇ ਨੇਤਰਾਂ ਦੇ ਵਿੱਚੋਂ ਅਥਰੂ ਵਗ ਰਹੇ ਹਨ। ਫਿਰ ਹੌਲੀ ਹੌਲੀ ਕਰਕੇ ਰਾਏ ਬਲਾਰ ਨੇ ਧੀਰਜ ਧਰਿਆ ਹੈ ਤੇ ਫਿਰ ਮਹਿਤਾ ਕਲਿਆਣ ਚੰਦ ਦੇ ਤਾਈਂ ਕਹਿਣਾ ਕੀਤਾ, ਆਪਣੇ ਮੁਖ ਤੋਂ ਬੋਲ ਬੋਲੇ ਰਾਏ ਨੇ। ਆਖਿਆ ਬਾਬਾ ਕਾਲੂ ਤੂੰ ਕਲਹੀ ਝਗੜਾਲੂ ਹੈ, ਕਲਾ ਕਰਨ ਵਾਲਾ ਹੈ, ਕਰੂਰ ਹੈ ਤੇਰਾ ਸੁਭਾਅ, ਬਹੁਤ ਜ਼ਿਆਦਾ ਕਠੋਰ ਹੈ ਤੇਰਾ ਸੁਭਾਅ ਤੇ ਤੂੰ ਲੜਾਈ ਕਰਨ ਵਾਲਾ ਹੈ। ਇਹ ਮਹਿਤਾ ਕਲਿਆਣ ਚੰਦ ਤੂੰ ਇੱਕ ਬਚਨ ਵੀ ਮੇਰਾ ਨਹੀਂ ਮੰਨਿਆ, ਮੈਂ ਤੈਨੂੰ ਆਖਿਆ ਸੀ ਪਰ ਤੂੰ ਮੇਰਾ ਇੱਕ ਬੋਲ ਵੀ ਨਹੀਂ ਮੰਨਿਆ। ਤੇਰੇ ਹਿਰਦੇ 'ਚ ਕਿਰਪਾ ਹੀ ਨਹੀਂ ਹੈ, ਤਰਸ ਨਹੀਂ ਹੈ ਤੇਰੇ ਅੰਦਰ, ਤੂੰ ਕਰਨਾ ਤੋਂ ਹੀਣਾ ਹੈ ਔਰ ਤੂੰ ਝਗੜਾਲੂ ਹੈ, ਖੋਟੀ ਚਾਲ ਢਾਲ ਵਾਲਾ ਹੈ।
ਤੈਨੂੰ ਪਰਲੋਕ ਦੀ ਵੀ ਖਬਰ ਨਹੀਂ ਹੈ, ਪਰਲੋਕ ਦੀ ਖਬਰ ਤੋਂ ਵੀ ਤੇਰਾ ਹਿਰਦਾ ਖਾਲੀ ਹੈ। ਦਿਨੇ ਰਾਤ, ਦਿਨ ਪ੍ਰਤੀ ਦਿਨ ਤੇਰੇ ਹਿਰਦੇ ਦੇ ਵਿੱਚ ਧਨ ਦਾ ਲੋਭ ਵੀ ਵਧੀ ਜਾ ਰਿਹਾ ਹੈ। ਤੂੰ ਆਪਣੇ ਸ੍ਰੇਸ਼ਟ ਸੁਭਾਅ ਵਾਲੇ, ਸ਼ਾਂਤ ਰਹਿਣ ਵਾਲੇ ਪੁੱਤਰ ਦੀ ਸੋਭਾ ਨੂੰ ਸਮਝਦਾ ਨਹੀਂ ਹੈ। ਮਹਿਤਾ ਕਲਿਆਣ ਚੰਦ, ਤੂੰ ਜਾਣਦਾ ਨਹੀਂ ਹੈ ਇਸ ਲੋਕ ਦਾ ਸੁੱਖ ਤੂੰ ਵਿਸਾਰ ਦਿੱਤਾ ਹੈ। ਹਾਂ, ਜਿਸ ਤੇਰੇ ਪੁੱਤਰ ਨੇ ਇਸ ਲੋਕ ਦਾ ਸੁੱਖ ਜਿਹੜਾ ਵਿਸਾਰ ਦਿੱਤਾ ਹੈ ਤੇ ਪਰਲੋਕ ਦੇ ਉੱਤੇ ਡੀਠ ਨਜ਼ਰ ਧਾਰੀ ਹੋਈ ਹੈ, ਇਸ ਕਰਕੇ ਐਸੇ ਪੁੱਤਰ ਦੀ ਤੂੰ ਸੋਭਾ ਨੂੰ ਸਮਝਦਾ ਨਹੀਂ ਹੈ, ਜਾਣਦਾ ਨਹੀਂ ਹੈ। ਤੂੰ ਸਧਾਰਨ ਆਪਣਾ ਪੁੱਤਰ ਹੀ ਸਮਝਦਾ ਹੈ, ਤੂੰ ਆਪਣੇ ਪੁੱਤਰ ਨੂੰ ਖੁਦਾ ਦਾ ਨੂਰ ਨਹੀਂ ਸਮਝਦਾ ਹੈ। ਇਸ ਕਰਕੇ ਤੂੰ ਤਰਸ ਨਹੀਂ ਕਰਦਾ। ਵੇਖ ਕਿੰਨੇ ਗੁੱਸੇ ਵਿੱਚ ਆ ਕਰਕੇ ਤੂੰ ਚਪੇੜਾ ਮਾਰ ਮਾਰ ਕੇ ਸ੍ਰੀ ਨਾਨਕ ਜੀ ਦੇ ਮੁਖ ਨੂੰ ਨੀਲ ਪਾ ਦਿੱਤੇ ਆ, ਗੱਲਾਂ ਤੇ ਨੀਲ ਪਾ ਦਿੱਤੇ ਆ। ਬਹੁਤ ਪ੍ਰੇਮ ਕੀਤਾ ਰਾਏ ਬਲਾਰ ਨੇ। ਮਹਾਰਾਜ ਸਾਹਿਬ ਜੀ ਦੇ ਪਿਤਾ ਜੀ ਨੂੰ ਵੀ ਉਸ ਵੇਲੇ ਸਮਝਾਉਣ ਦਾ ਯਤਨ ਕੀਤਾ, ਕਿਉਂਕਿ ਰਾਏ ਜੀ ਦਾ ਆਪਣਾ ਸੁਭਾਅ ਔਰ ਸਾਧ ਸੰਗਤ ਜੀ, ਇਹ ਸਾਰਾ ਵਰਤਾਰਾ ਮਹਾਰਾਜ ਸਾਹਿਬ ਜੀ ਦੇ ਹੁਕਮ ਦੇ ਵਿੱਚ ਹੀ ਹੈ, ਗੁਰੂ ਸਾਹਿਬ ਜੀ ਦੀ ਖੇਡ ਦੇ ਵਿੱਚ ਹੀ ਹੈ। ਕਿਉਂਕਿ ਪਿੱਛੇ ਇਹ ਜ਼ਿਕਰ ਆ ਚੁੱਕਾ ਹੈ ਵੀ ਮਹਾਰਾਜ ਸਾਹਿਬ ਜੀ ਆਪਣੇ ਪਰਿਵਾਰ ਦੇ ਉੱਤੇ, ਆਪਣੇ ਪਿਤਾ ਜੀ ਦੇ ਉੱਤੇ ਆਪ ਹੀ ਆਪਣੀ ਮਾਇਆ ਦਾ ਪ੍ਰਭਾਵ ਪਾਉਂਦੇ। ਮਹਾਰਾਜ ਸਾਹਿਬ ਜੀ ਦੀ ਆਪਣੀ ਇਹ ਸਾਰੀ ਖੇਡ ਰਚੀ ਹੋਈ ਹੈ। ਜਿਸ ਨੂੰ ਆਪਣਾ ਆਪ ਜਨਾਉਣਾ ਚਾਹੁੰਦੇ ਉਸ ਨੂੰ ਜਨਾ ਦਿੰਦੇ, ਜਿਸ ਤੇ ਪਰਦਾ ਪਾਉਣਾ ਚਾਹੁੰਦੇ ਆ ਫਿਰ ਪਰਦਾ ਜਿੰਨਾ ਚਿਰ ਮਹਾਰਾਜ ਨੇ ਪਾਉਣਾ ਉਹਨਾਂ ਚਿਰ ਉਹਨਾਂ ਪਾਈ ਰੱਖਣਾ, ਕਿਉਂਕਿ ਇਹ ਇਤਿਹਾਸ ਬਣਨਾ ਸੀ। ਜੇ ਪਿਤਾ ਚਪੇੜਾ ਨਾ ਮਾਰਦਾ ਇਹ ਇਤਿਹਾਸ ਫਿਰ ਕਿਵੇਂ ਬਣਨਾ ਸੀ ਤੇ ਆਪਾਂ ਕਿਵੇਂ ਪੜ੍ਹਨਾ ਸੁਣਨਾ। ਇਹ ਲੰਗਰ ਮਹਾਰਾਜ ਸਾਹਿਬ ਜੀ ਨੇ ਵੀ ਐਵੇਂ ਨਹੀਂ ਲੰਗਰ ਚੱਲ ਗਿਆ, ਇਹ ਲੰਗਰ ਚਲਾਉਣ ਵਾਸਤੇ ਆਪਣੇ ਪਿਤਾ ਤੋਂ ਚਪੇੜਾ ਖਾਧੀਆਂ ਬਾਬਾ ਜੀ, ਤਾਂ ਚੱਲਿਆ ਇਹ ਗੁਰੂ ਕਾ ਲੰਗਰ। ਤਾਂ ਫਿਰ ਇਹ ਦਿਨੇ ਰਾਤ ਵੱਧਦਾ ਹੀ ਜਾ ਰਿਹਾ ਗੁਰੂ ਕਾ ਚਲਾਇਆ ਹੋਇਆ ਲੰਗਰ। ਇਹਨੇ ਕਈ ਰੂਪ ਧਾਰਨ ਕੀਤੇ ਅੱਗੇ ਹੋਰ ਵੀ ਸੰਸਾਰ ਦੇ ਵਿੱਚ। ਇਹ ਤਾਂ ਖਾਵੇ ਹੈ ਖਰਚਾ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਤੋਂ ਜਾਈ। ਨਾਮ ਬਾਣੀ ਦਾ ਲੰਗਰ, ਅਨਾਜ ਦਾ, ਭੋਜਨ ਦਾ, ਪ੍ਰਸ਼ਾਦੇ ਪਾਣੀ ਦਾ ਲੰਗਰ, ਇਹ ਸਭ ਵੱਧਦਾ ਹੀ ਜਾਣਾ ਹੈ, ਗੁਰੂ ਸਾਹਿਬ ਜੀ ਦਾ ਚਲਾਇਆ ਹੋਇਆ ਹੈ। ਤੋ ਗਰੀਬ ਨਵਾਜ਼ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ 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 ਵਾਹਿਗੁਰੂ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ। ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ। ਅੰਧ ਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ। ਕਥਾ ਨਿਤਾ ਪ੍ਰਤ ਹੋਤ ਹੈ ਸੁਨ ਹੋ ਸਿੰਘ ਸੁਜਾਨ। ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।